ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇੱਕ ਵਾਰੀ ਫਿਰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਅਸੀਂ ਇੱਕ ਸਪੈਸ਼ਲ ਸੀਰੀਜ਼ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਵਾਤਾਵਰਨ ਨੂੰ ਲੈ ਕੇ। ਕਿਸ ਤਰ੍ਹਾਂ ਚੇਂਜਿੰਗ ਕਲਾਈਮੇਟ ਦੇ ਵਿੱਚ ਭਾਵੇਂ ਉਹ ਵੱਧਦੀ ਹੋਈ ਗਰਮੀ ਹੋਵੇ, ਪਾਣੀ ਦੀ ਕਮੀ ਹੋਵੇ, ਜਾਂ ਜੋ ਸਾਡੀ ਖੇਤੀਬਾੜੀ ਹੈ, ਐਗਰੀਕਲਚਰਲ ਇੰਡਸਟਰੀ ਹੈ, ਉਹਦੇ ਉੱਤੇ ਇਨ ਸਾਰੀ ਚੀਜ਼ਾਂ ਦਾ ਇੰਪੈਕਟ ਹੋਏ। ਇਨ ਚੀਜ਼ਾਂ ਨੂੰ ਲੈ ਕੇ ਵੱਖ-ਵੱਖ ਮੁੱਦੇ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਇਨ ਮੁੱਦਿਆਂ ਦਾ ਸਕੋਪ ਇੱਕ ਸਟੇਟ ਵਾਈਡ ਲੈਵਲ ਨੂੰ ਵੀ ਵੇਖਦਾ ਹੈ, ਸਮਝਣ ਦੀ ਕੋਸ਼ਿਸ਼ ਕਰਦਾ ਹੈ, ਭਾਵੇਂ ਉਹ ਕੈਲੀਫੋਰਨੀਆ ਵਰਗੀ ਸਟੇਟ ਹੋਵੇ। ਇੱਕ ਨੈਸ਼ਨਲ ਲੈਵਲ 'ਤੇ ਭਾਵੇਂ ਉਹ ਯੂਨਾਈਟਿਡ ਸਟੇਟਸ ਦੀ ਡੋਮੈਸਟਿਕ ਕੁਛ ਵੱਧਦੀ ਹੋਈ ਕ੍ਰਾਈਸਿਸ ਹੋਵੇ, ਜਾਂ ਇੱਕ ਇੰਟਰਨੈਸ਼ਨਲ ਲੈਵਲ 'ਤੇ ਦੁਨੀਆ ਦੇ ਸਭ ਤੋਂ ਗਰੀਬ ਅਤੇ ਅਮੀਰ ਏਰੀਆਜ਼ ਦੇ ਵਿੱਚ ਕਿਸ ਤਰ੍ਹਾਂ ਇਹ ਸਾਰੇ ਬਦਲਾਵ ਆਉਣ ਵਾਲੇ ਸਮੇਂ ਦੇ ਵਿੱਚ ਲੋਕਲ ਪੋਪੂਲੇਸ਼ਨਸ ਨੂੰ ਇੰਪੈਕਟ ਕਰ ਸਕਦੇ ਹੈ। ਸੋ ਅੱਜ ਅਸੀਂ ਥੋੜ੍ਹਾ ਜਿਹਾ ਐਗਰੀਕਲਚਰ ਉੱਤੇ ਤੁਹਾਡੇ ਨਾਲ ਗੱਲ ਕਰਾਂਗੇ। ਇਨਫੈਕਟ ਜੋ ਇੰਟੈਂਸ ਹੀਟ ਹੈਗੀ, ਵੱਧਦੀ ਹੋਈ ਗਰਮੀ ਹੈ, ਉਹਦੇ ਕਰਕੇ ਅੱਜ ਦੀ ਡੇਟ ਦੇ ਵਿੱਚ ਖਾਸ ਕਰਕੇ ਯੂਨਾਈਟਿਡ ਸਟੇਟਸ ਦੇ ਵਿੱਚ ਐਗਰੀਕਲਚਰ ਨਾਲ ਜੁੜੇ ਹੋਏ ਫਾਰਮਰਸ, ਛੋਟੇ ਅਤੇ ਵੱਡੇ, ਸਾਰੇ ਹੀ ਇਹ ਮਹਿਸੂਸ ਕਰ ਰਹੇ ਕਿ ਇੱਕ ਵੱਡੀ ਕ੍ਰਾਈਸਿਸ ਹੋਰਾਈਜ਼ਨ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਬਲਮ ਇੰਨੀ ਵੱਧ ਸਕਦੀ ਹੈ ਕਿ ਸਾਡੀ ਨੈਸ਼ਨਲ ਜੋ ਫੂਡ ਪ੍ਰੋਡਕਸ਼ਨ ਹੈਗੀ ਉਹਦੇ ਉੱਤੇ ਬਹੁਤ ਵੱਡਾ ਇੰਪੈਕਟ ਪੈ ਸਕਦਾ ਹੈ। ਅੱਜ ਦੀ ਡੇਟ ਦੇ ਵਿੱਚ ਇਸ ਸਮਰ ਆਲਰੇਡੀ ਕ੍ਰੌਪਸ ਅਤੇ ਕੈਟਲ ਕਿਸ ਤਰ੍ਹਾਂ ਇੰਪੈਕਟ ਹੋ ਰਹੀਆਂ ਵੱਧਦੀ ਹੋਈ ਗਰਮੀ ਦੇ ਨਾਲ, ਘਟਦੇ ਹੋਏ ਪਾਣੀ ਦੇ ਨਾਲ, ਇਨ ਚੀਜ਼ਾਂ ਬਾਰੇ ਜਾਣਕਾਰੀ ਅਸੀਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਬਟ ਇਹ ਕਨਵਰਸੇਸ਼ਨ ਸਿਰਫ ਕੈਲੀਫੋਰਨੀਆ ਜਾਂ ਯੂਨਾਈਟਿਡ ਸਟੇਟਸ ਦੀ ਨਹੀਂ ਹੈਗੀ, ਇੱਕ ਗਲੋਬਲ ਕਨਵਰਸੇਸ਼ਨ ਜ਼ਰੂਰ ਬਣਦੀ ਹੈ। ਐਂਡ ਜਦੋਂ ਅਸੀਂ ਫੂਡ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ, ਭਾਵੇਂ ਉਹ ਯੂਕਰੇਨ ਰਸ਼ੀਆ ਵਾਰ ਨੂੰ ਲੈ ਕੇ ਹੋਵੇ, ਭਾਵੇਂ ਉਹ ਯੂਰਪ ਦੇ ਵਿੱਚ ਕਿਸ ਤਰ੍ਹਾਂ ਇਨ ਚੀਜ਼ਾਂ ਦਾ ਪ੍ਰਭਾਵ ਹੋ ਰਿਹਾ, ਜਾਂ ਇੱਕ ਨੈਸ਼ਨਲ ਲੈਵਲ 'ਤੇ ਵੱਧਦੀ ਹੋਈ ਮਹਿੰਗਾਈ ਕਰਕੇ ਫੂਡ ਇਨਸਿਕਿਉਰਿਟੀ ਜਿਸ ਤਰ੍ਹਾਂ ਵੱਧਦੀ ਹੈ, ਉਸ ਤਰ੍ਹਾਂ ਨੈਸ਼ਨਲ ਸਿਕਿਉਰਿਟੀ ਉੱਤੇ ਵੀ ਇੰਪੈਕਟ ਹੁੰਦਾ ਹੈ। ਬਟ ਇਨ ਸਾਰੀ ਚੀਜ਼ਾਂ ਨੂੰ ਸਮਝਣ ਲਈ ਅਸੀਂ ਪਹਿਲੇ ਇਹ ਸਾਡੇ ਲਈ ਅੰਡਰਸਟੈਂਡ ਕਰਨਾ ਜ਼ਰੂਰੀ ਹੈ ਕਿ ਐਗਰੀਕਲਚਰ ਨੂੰ, ਖੇਤੀਬਾੜੀ ਨੂੰ ਅਤੇ ਫੂਡ ਪ੍ਰੋਡਕਸ਼ਨ ਨੂੰ, ਭਾਵੇਂ ਉਹ ਲੋਕਲ, ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ 'ਤੇ ਹੋਏ, ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੇ ਰਿਸਕਸ ਕੀ ਹੈਗੇ, ਕੀ ਖਤਰੇ ਹਨ, ਕੀ ਥ੍ਰੈਟਸ ਹਨ, ਕੀ ਸਾਡਾ ਫਿਊਚਰ ਸਾਨੂੰ ਦੱਸਦਾ ਹੈ। ਅਗਰ ਇਹ ਚੀਜ਼ਾਂ ਵੱਧਦੀਆਂ ਗਈਆਂ, ਕਿਸ ਡਾਇਰੈਕਸ਼ਨ ਦੇ ਵਿੱਚ ਸਾਡਾ ਫਿਊਚਰ ਜਾਊਗਾ। ਇਨ ਚੀਜ਼ਾਂ ਨੂੰ ਡਿਸਕਸ ਕਰਨ ਲਈ ਸਾਡੇ ਨਾਲ ਜੁੜ ਰਹੇ ਹਨ once again ਐਕਸਪਰਟ ਇਨ ਦਿਸ ਏਰੀਆ, ਐਸੋਸੀਏਟ ਪ੍ਰੋਫੈਸਰ ਗੁਰੀਤ ਬਰਾੜ ਜੀ, ਜੋ ਕਿ ਫ੍ਰੈਜ਼ਨੋ ਕੈਲੀਫੋਰਨੀਆ ਤੋਂ ਜੁੜੇ ਹੋਏ ਆ ਸਾਡੇ ਨਾਲ। ਸਭ ਤੋਂ ਪਹਿਲੇ ਬਰਾੜ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। So good to have you again. Guruji, Associate Professor at the School of Plant Sciences at California State University, Fresno. ਤੁਹਾਡੀ ਇਹ ਏਰੀਆ ਆਫ ਐਕਸਪਰਟੀਜ਼ ਹੈਗੀ। ਲਗਾਤਾਰ ਤੁਸੀਂ ਆ ਕੇ ਸਾਡੇ ਨਾਲ ਇੱਕ ਸਾਇੰਟੀਫਿਕ ਪੱਧਰ 'ਤੇ ਗੱਲ ਕਰਦੇ ਹੋ, ਸਾਰੇ ਵਾਤਾਵਰਨ ਦੇ ਮੁੱਦਿਆਂ ਨੂੰ ਲੈ ਕੇ। ਰੀਸੈਂਟਲੀ ਪਾਣੀ ਦੀ ਵੱਧਦੀ ਹੋਈ ਕਮੀ ਨੂੰ ਲੈ ਕੇ ਤੁਸੀਂ ਸਾਡੇ ਨਾਲ ਜੁੜੇ ਸੀ। ਬਟ ਇਹ ਜਿੱਥੇ ਇੱਕ ਪਾਣੀ ਦੀ ਗੱਲ ਅਸੀਂ ਕੀਤੀ ਹੈ, ਉਹਦੇ ਨਾਲ ਹੀ ਜੁੜਿਆ ਹੋਇਆ ਮੁੱਦਾ ਐਗਰੀਕਲਚਰ ਦਾ, ਖੇਤੀਬਾੜੀ ਦਾ, ਫੂਡ ਪ੍ਰੋਡਕਸ਼ਨ ਦਾ ਬਣਦਾ ਹੈ, ਖਾਸ ਕਰਕੇ ਯੂਨਾਈਟਿਡ ਸਟੇਟਸ ਦੇ ਵਿੱਚ। ਅਗਰ ਕੈਲੀਫੋਰਨੀਆ ਤੋਂ ਹੀ ਅਸੀਂ ਗੱਲ ਇਹ ਸ਼ੁਰੂ ਕਰੀਏ, ਗੁਰੀਤ ਜੀ, ਬਿਫੋਰ ਵੀ ਗੈਟ ਲੋਕਲ ਔਰ ਨੈਸ਼ਨਲ ਔਰ ਇੰਟਰਨੈਸ਼ਨਲ, ਅਗਰ ਅਸੀਂ ਫੂਡ ਇਨਸਿਕਿਉਰਿਟੀ ਦੇ ਉੱਤੇ ਇੱਕ ਸਟਾਰਟਿੰਗ ਕੌਮੈਂਟ ਲੈਣਾ ਹੋਏ, ਫੂਡ ਪ੍ਰੋਡਕਸ਼ਨ, ਫੂਡ ਸਿਕਿਉਰਿਟੀ ਦੀ ਕੀ ਸਥਿਤੀ ਬਣੀ ਹੋਈ ਹੈ ਅੱਜ ਦੀ ਡੇਟ ਦੇ ਵਿੱਚ? ਜੀ ਅਸ਼ਮਿਤਾ ਜੀ, ਫੂਡ ਸਿਕਿਉਰਿਟੀ ਹੈ ਜਿਹੜੀ, ਇੱਕ ਸ਼ਬਦ ਆ ਜਿਹੜਾ ਯੂਨਾਈਟਿਡ ਨੇਸ਼ਨਸ ਨੇ ਕੁਝ ਸਾਲ ਪਹਿਲਾਂ, ਕੁਝ ਦਹਾਕੇ ਪਹਿਲਾਂ ਸ਼ੁਰੂ ਕੀਤਾ ਹੈ ਵਰਤਣਾ। ਪਹਿਲਾਂ ਫੂਡ ਇਨਸਿਕਿਉਰਿਟੀ ਦੇ ਲਈ ਹੰਗਰ ਸ਼ਬਦ ਵਰਤਿਆ ਜਾਂਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ, ਜਦੋਂ ਤੋਂ ਯੂਨਾਈਟਿਡ ਨੇਸ਼ਨਸ ਬਣਿਆ। ਸੋ ਹੰਗਰ ਹੈ ਜਿਹੜੀ, ਉਹ ਪਿਛਲੇ ਤਕਰੀਬਨ ਕਈ ਦਹਾਕਿਆਂ ਤੋਂ, ਜਦੋਂ ਤੋਂ ਦੂਸਰੀ ਵਰਲਡ ਵਾਰ ਖਤਮ ਹੋਈ ਹੈ, ਹੰਗਰ ਹੈ ਜਿਹੜੀ ਉਹ ਸਮੱਸਿਆ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੱਧਦੀ ਰਹੀ ਹੈ। ਪਰ ਅਸੀਂ ਨਾਲ ਦੀ ਨਾਲ ਹੀ ਹਰੀਆਂ ਕ੍ਰਾਂਤੀਆਂ ਲਿਆ ਕੇ ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਹਰੀਆਂ ਕ੍ਰਾਂਤੀਆਂ ਆਈਆਂ, ਪੰਜਾਬ ਵੀ ਉਹਨਾਂ ਦੇ ਵਿੱਚੋਂ ਇੱਕ ਸੀ। ਸੋ ਅਸੀਂ ਉਹਨਾਂ ਚੈਲੰਜਸ ਦੇ ਨਾਲ ਲੜੇ ਆ, ਉਹਨਾਂ ਨੂੰ ਫਾਈਟ ਕੀਤਾ। ਪਰ ਹਾਲੇ ਵੀ ਜਿਹੜੀ ਇਹ ਹੰਗਰ ਦੀ ਸਮੱਸਿਆ ਹੈਗੀ ਹੈ, ਜਾਂ ਫੂਡ ਇਨਸਿਕਿਉਰਿਟੀ ਦੀ ਸਮੱਸਿਆ, ਉਹ ਦੂਰ ਨਹੀਂ ਹੋ ਰਹੀ। ਉੱਤੋਂ ਜਿਹੜੀ ਕਲਾਈਮੇਟ ਚੇਂਜ ਦੇ ਐਂਗਲ ਤੋਂ ਆਪਾਂ ਦੇਖੀਏ, ਉਹ ਫੂਡ ਇਨਸਿਕਿਉਰਿਟੀ ਨੂੰ ਬਹੁਤ ਥਾਵਾਂ ਦੇ ਉੱਤੇ ਹੋਰ ਵੀ ਜ਼ਿਆਦਾ ਫੈਲਾ ਰਹੀ ਹੈ। ਜੇ ਅਸੀਂ ਅਮਰੀਕਨ ਵੈਸਟ ਦੀ ਗੱਲ ਕਰੀਏ ਤਾਂ ਪਾਣੀ ਦੀ ਸਮੱਸਿਆ ਜਿਹੜੀ, ਤੇ ਜਿਹੜਾ ਮੁੱਖ ਮੁੱਦਾ ਜਿਹੜਾ ਮੈਂ ਕਮੈਂਟ ਦੇ ਵਿੱਚ ਜੇ ਗੱਲ ਕਰਨੀ ਹੋਵੇ
ਤਾਂ ਫੂਡ ਹੈ ਜਿਹੜੀ ਉਹ ਸਭ ਤੋਂ ਪ੍ਰਾਈਮ ਚੀਜ਼ ਹੈ। ਦੁਨੀਆ ਦੇ ਵਿੱਚ ਵਾਰ ਤੇ ਪੀਸ ਤੇ ਹੰਗਰ, ਇਹਨਾਂ ਚੀਜ਼ਾਂ ਦਾ ਆਪਸ ਦੇ ਵਿੱਚ ਬਹੁਤ ਗੂੜਾ ਸੰਬੰਧ ਹੈ। ਜੀ ਸੋ ਇਸ ਕਰਕੇ ਭਾਵੇਂ ਤੁਸੀਂ ਖੇਤੀਬਾੜੀ ਮਾਹਰ ਹੋ, ਭਾਵੇਂ ਤੁਸੀਂ ਪਾਲਿਸੀ ਮੇਕਰ ਹੋ ਜਾਂ ਆਮ ਸ਼ਹਿਰੀ ਹੋ, ਸਾਨੂੰ ਫੂਡ ਸਿਕਿਉਰਿਟੀ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ। ਤੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਜਦੋਂ ਫੂਡ ਸਿਕਿਉਰਿਟੀ ਸਾਡੇ ਟੇਬਲ ਦੇ ਉੱਤੇ ਘਰਾਂ ਦੇ ਵਿੱਚ ਫੂਡ ਹੋਊਗੀ ਤਾਂ ਅਸੀਂ ਆਪਣੀ ਡੋਮੈਸਟਿਕ ਜਿਹੜੀ ਜਾਂ ਨੈਸ਼ਨਲ ਸਿਕਿਉਰਿਟੀ ਹੈ ਉਹਦੇ ਉੱਤੇ ਗੱਲ ਕਰ ਸਕਾਂਗੇ, ਤਾਂ ਹੀ ਅਸੀਂ ਵਰਲਡ ਪੀਸ ਦੀ ਗੱਲ ਕਰ ਸਕਾਂਗੇ। ਗੁਰਜੀਤ ਬਰਾੜ ਜੀ, ਕਿੰਨਾ ਇੰਪੋਰਟੈਂਟ ਤੁਸੀਂ ਪੁਆਇੰਟ ਇੱਥੇ ਚੱਕਿਆ ਹੈ। ਯੂ نو ਆਫ ਕੋਰਸ ਤੁਹਾਡੀ ਇੱਕ ਸਾਇੰਸ ਬੈਕਗਰਾਉਂਡ ਹੈਗੀ, ਬਟ ਸਾਇੰਸ ਦੇ ਵਿੱਚ ਕਨਵਰਸੇਸ਼ਨ ਸ਼ੁਰੂ ਕਰਨ ਤੋਂ ਪਹਿਲੇ ਆਈ ਰੀਸੈਂਟਲੀ ਰੈਡ ਅ ਕੁਓਟ, ਇੱਕ ਮੈਂ ਖਬਰਾਂ ਦੇ ਵਿੱਚ ਕੋਟ ਰੀਸੈਂਟਲੀ ਸੁਣੀ ਸੀ that ਦੁਨੀਆ ਦੇ ਵਿੱਚ ਕੋਈ ਵੀ ਵਧੀਆ ਤੋਂ ਵਧੀਆ, ਅਮੀਰ ਤੋਂ ਅਮੀਰ ਕੋਨਾ ਨਹੀਂ ਹੈਗਾ ਜੋ ਕਿ ਸਿਰਫ 3 ਮੀਲਸ ਅਵੇ ਫਰਮ ਟੋਟਲ ਕੇਓਸ ਨਹੀਂ ਹੈ। ਸਿਰਫ 3 ਤੁਹਾਡੇ ਖਾਣ ਪੀਣ ਦੇ ਜੋ ਮੀਲਸ ਹੈਗੇ ਉਨੇ ਕੀ ਦੂਰ ਹੋ ਤੁਸੀਂ ਫਰਮ ਟੋਟਲ ਕੇਓਸ ਐਂਡ ਅ ਬ੍ਰੇਕਡਾਊਨ ਆਫ ਸਿਵਲ ਸੁਸਾਇਟੀ। ਸੋ ਜਦੋਂ ਤੁਸੀਂ ਫੂਡ ਸਿਕਿਉਰਿਟੀ ਦੀ ਗੱਲ ਕਰਦੇ ਹੋ, ਨਾ ਕਿ ਸਿਰਫ ਨੈਸ਼ਨਲ ਸਿਕਿਉਰਿਟੀ, ਇਹ ਸਾਡੀ ਮਤਲਬ ਟੋਟਲ ਸੁਸਾਇਟੀ ਜਿਹਨੂੰ ਅਸੀਂ ਫॉर ਗ੍ਰਾਂਟਡ ਲੈਂਦੇ ਹਾਂ ਕਿ ਸਭ ਕੁਝ ਕਿੰਨੇ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ, ਖਾਸ ਕਰਕੇ ਡਿਵੈਲਪਡ ਮੁਲਕਾਂ ਦੇ ਵਿੱਚ ਇਹ ਚੀਜ਼ ਕਿੰਨੀ ਕਰੀਬੀ ਦੇ ਨਾਲ ਜੁੜੀ ਹੋਈ ਹੈ। ਐਂਡ ਯੂ ਆਰ ਸੇਇੰਗ ਕਿ ਅੱਜ ਦੀ ਡੇਟ ਦੇ ਵਿੱਚ ਇਹ ਸਭ ਕੁਝ ਖਤਰੇ 'ਚ ਹੈ। ਜੀ, ਫੂਡ ਸਿਕਿਉਰਿਟੀ ਦੀ ਜੇ ਗੱਲ ਕਰੀਏ ਤਾਂ ਆਪਾਂ, ਤੁਸੀਂ ਖੁਦ ਇਹ ਚੀਜ਼ ਮੈਂਸ਼ਨ ਕੀਤੀ ਹੈ ਕਿ ਭਾਵੇਂ ਉਹ ਅਮੀਰ ਮੁਲਕ ਹੋਣ, ਭਾਵੇਂ ਕੋਈ ਵੀ ਜਿਹੜੀ ਇੰਨੀ ਜ਼ਿਆਦਾ ਬਹੁਤਾਤ ਵਾਲਾ ਏਰੀਆ ਹੋਵੇ ਜਾਂ ਇਲਾਕਾ ਹੋਵੇ, ਅਸੀਂ ਅਮਰੀਕਾ ਦੀ ਜੇ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਵੀ ਤਕਰੀਬਨ 10-11% ਜਿਹੜੀ ਪਾਪੂਲੇਸ਼ਨ ਹੈ, ਤਕਰੀਬਨ ਇਹ 35 ਮਿਲੀਅਨ ਜਿਹੜੇ ਲੋਕ ਬਣਦੇ ਨੇ, ਉਹ ਫੂਡ ਇਨਸਿਕਿਉਰ ਹੈ ਜਾਂ ਉਹ ਕਹਿ ਲਓ ਵੀ ਹੰਗਰ ਦੇ ਨਾਲ ਉਹ ਜੂਝ ਰਹੇ ਆ। ਇੱਕ ਮੈਂ ਤੁਹਾਨੂੰ ਅੰਕੜਾ ਦੱਸਦਾ ਜੀ, ਜਿਹਦੇ ਵਿੱਚ ਅਸੀਂ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਬੈਠੇ ਆ, ਓਵਰਆਲ ਫੂਡ ਪ੍ਰੋਡਕਸ਼ਨ ਕੈਲੀਫੋਰਨੀਆ ਦੀ ਦੁਨੀਆ ਭਰ ਦੇ ਵਿੱਚ ਮੰਨੀ ਗਈ ਹੈ। ਖਾਸ ਤੌਰ ਤੇ ਸਾਡੀ ਸੈਨ ਵਾਕੀਨ ਵੈਲੀ, ਉਹਦੇ ਵਿੱਚ ਵੀ ਫ੍ਰੈਜ਼ਨੋ ਕਾਉਂਟੀ ਦੁਨੀਆ ਭਰ ਦੀਆਂ ਜਿਹੜੀਆਂ ਖੇਤੀਬਾੜੀ ਆਧਾਰਿਤ ਥਾਵਾਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਪ੍ਰੋਡਕਟਿਵਿਟੀ ਵਾਲੀ ਹੈ। ਪਰ ਇਹ ਸਾਡੇ ਸਾਰਿਆਂ ਦੇ ਲਈ ਇੱਕ ਸ਼ਰਮ ਦੀ ਗੱਲ ਕਹਿ ਲਓ ਇਹ ਹੈ ਕਿ US ਦੇ ਵਿੱਚ ਜਦੋਂ ਅਰਬਨ ਫੂਡ ਡੈਜ਼ਰਟਸ ਦੀ ਗੱਲ ਆਉਂਦੀ ਹੈ, USDA ਦਾ ਡਾਟਾ ਸਾਹਮਣੇ ਆਇਆ ਕਿ ਉਹਦੇ ਵਿੱਚੋਂ ਕੈਲੀਫੋਰਨੀਆ ਦੇ ਵਿੱਚ 6.5% ਸੈਂਸਸ ਟਰੈਕਟ ਇਕੱਲੇ ਕੈਲੀਫੋਰਨੀਆ ਦੇ ਵਿੱਚ ਨੇ, ਔਰ ਉਹਨਾਂ ਜਿਹੜੇ 6.5% ਦਾ ਜਿਹੜਾ ਅਗਲਾ ਸਪਲਿਟ ਹੈ ਉਹਦਾ 5ਵਾਂ ਹਿੱਸਾ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਨੇ, ਜਿੱਥੇ ਅਸੀਂ ਦੁਨੀਆ ਦੀ ਬਿਲੀਅਨਸ ਆਫ ਡਾਲਰਸ ਦੀ ਵਰਥ ਐਗਰੀਕਲਚਰ ਆਊਟਪੁੱਟ ਕਰਦੇ ਹਾਂ। ਉੱਥੇ ਵੀ ਇਹੋ ਜਿਹੀ ਆਬਾਦੀ ਵਾਲੇ ਥਾਂ ਹੈਗੇ ਨੇ ਜਿੱਥੇ ਲੋਕਾਂ ਨੂੰ ਪੌਸ਼ਟਿਕ ਆਹਾਰ ਜਾਂ ਫਰੈਸ਼ ਫੂਡ ਨਹੀਂ ਮਿਲ ਰਿਹਾ, ਜਿਨ੍ਹਾਂ ਨੂੰ ਅਸੀਂ ਅਰਬਨ ਫੂਡ ਡੈਜ਼ਰਟ ਕਹਿੰਦੇ ਆ। ਸੋ ਅਰਬਨ ਫੂਡ ਡੈਜ਼ਰਟ ਦਾ ਮਤਲਬ ਇਹ ਹੈ ਕਿ ਸਾਡੇ ਉਹ ਲੋਕ ਜਿਹੜੇ ਸਾਡੀ ਖੇਤੀਬਾੜੀ ਇੰਡਸਟਰੀ ਦਾ ਹੀ ਹਿੱਸਾ ਨੇ, ਪਰ ਉਹਨਾਂ ਨੂੰ ਮੁਕੰਮਲ ਤੌਰ ਦੇ ਉੱਤੇ ਫੂਡ ਮੁਹੱਈਆ ਨਹੀਂ ਹੁੰਦੀ। ਸੋ ਤੁਸੀਂ ਖਤਰੇ ਦੀ ਗੱਲ ਕੀਤੀ, ਉਹਦੇ ਵਿੱਚ ਕੁਝ ਚੀਜ਼ਾਂ ਨੇ, ਮੈਂ ਇਸ ਚੀਜ਼ ਵੱਲ ਜ਼ਰੂਰ ਧਿਆਨ ਦਿਵਾਉਣਾ ਚਾਹੂੰਗਾ। ਜਦੋਂ ਵੀ ਕਿਤੇ ਗੱਲਬਾਤ ਹੁੰਦੀ ਹੈ ਪਰਿਵਾਰਾਂ 'ਚ ਬਹਿ ਕੇ, ਬਹੁਤ ਸਾਰੇ ਲੋਕ ਜਿਹੜੇ ਖੇਤੀਬਾੜੀ ਦੇ ਨਾਲ ਨਹੀਂ ਜੁੜੇ ਹੋਏ, ਉਹ ਅਕਸਰ ਇੱਕ ਸੱਜਣ ਨੇ ਇਹ ਵੀ ਕਮੈਂਟ ਕੀਤਾ ਮੇਰੇ ਨਾਲ ਗੱਲਬਾਤ ਦੇ ਵਿੱਚ ਕਿ ਸਾਨੂੰ ਸਾਰੀ ਦੁਨੀਆ ਦੇ ਵਿੱਚ ਇੰਨੀ ਜਗ੍ਹਾ ਪਈ ਹੈ, ਅਫਰੀਕਾ ਖਾਲੀ ਪਿਆ, ਦੱਖਣੀ ਅਮਰੀਕਾ ਦੇ ਵਿੱਚ, ਸੈਂਟਰਲ ਅਮਰੀਕਾ ਜਿਹੜਾ ਹੋਂਡੂਰਾਸ, ਮੈਕਸੀਕੋ, ਉਹਦੇ ਵਿੱਚ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਨੇ। ਸੋ ਅਸੀਂ ਕਿਤੇ ਵੀ ਜ਼ਮੀਨ ਲੈ ਕੇ ਕੁਝ ਵੀ ਉਗਾ ਸਕਦੇ ਹਾਂ। ਸਾਨੂੰ ਅਮਰੀਕਾ ਦੀ ਜਿਹੜੀ ਇੰਨੀ ਮਹਿੰਗੀ ਲੈਂਡ ਹੈ ਜਾਂ ਲੇਬਰ ਵੀ ਇੱਥੇ ਮਹਿੰਗੀ ਹੈ, ਸਾਨੂੰ ਇਹ ਕੀ ਲੋੜ ਹੈ? ਸੋ ਉਹਦੇ ਵਿੱਚ ਬਹੁਤ ਵੱਡਾ ਲਿੰਕ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਸਮਝਣ ਦੀ ਲੋੜ ਹੈ ਕਿ ਜਿਸ ਦਿਨ ਅਸੀਂ ਆਪਣੀ ਫੂਡ ਵਾਸਤੇ ਗੈਰ ਮੁਲਕੀ ਸਰੋਤਾਂ ਦੇ ਅਧੀਨ ਹੋ ਗਏ ਜਾਂ ਉਹਨਾਂ ਦੇ ਹੱਥ ਦੇ ਵਿੱਚ ਸਾਡੀ ਫੂਡ ਪ੍ਰੋਡਕਸ਼ਨ ਆ ਗਈ, ਉਸ ਦਿਨ ਸਾਡੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ, ਸਾਡੇ ਮੁਲਕ ਦੀ ਆਪਣੀ ਸਿਕਿਉਰਿਟੀ ਹੈ, ਉਹ ਖਤਰੇ ਵਿੱਚ ਆ ਜਾਂਦੀ ਹੈ। ਸੋ ਇਸ ਕਰਕੇ ਤੁਹਾਡੀ ਜਿਹੜੀ ਫੂਡ ਪ੍ਰੋਡਕਸ਼ਨ ਆ ਉਹ ਤੁਹਾਡੇ ਆਪਣੇ ਹੱਥ ਦੇ ਵਿੱਚ ਹੋਣੀ ਬਹੁਤ ਲਾਜ਼ਮੀ ਹੈ। ਐਬਸੋਲੂਟਲੀ, ਆਈ ਮੀਨ ਇਸ ਚੀਜ਼ ਦਾ ਐਗਜ਼ਾਮਪਲ ਤਾਂ ਕੋਵਿਡ ਨੇ ਸਾਨੂੰ ਕਿੰਨੇ ਵੱਡੇ ਲੈਵਲ ਤੇ ਸਿਖਾਇਆ। ਇਹ ਤਾਂ ਫੂਡ ਦੇ ਨਾਲ ਵੀ ਨਹੀਂ ਜੁੜਿਆ ਹੋਇਆ ਸੀ, ਬਟ ਸਾਡੀ ਕਿੰਨੀ ਬੇਸਿਕ ਨੀਡ ਜਦੋਂ ਚਾਈਨਾ ਤੋਂ ਆ ਰਹੀਆਂ ਸੀ ਕੋਵਿਡ ਦੇ ਡਿਸਰਪਸ਼ਨਸ ਕਰਕੇ, ਐਂਡ ਚਾਈਨਾ ਦੇ ਨਾਲ ਜੋ ਸਾਡੇ ਪੋਲੀਟੀਕਲ ਰਿਲੇਸ਼ਨਸ ਹੈਗੇ ਉਹਦੇ ਕਰਕੇ, ਉਹ ਡਿਸਰਪਸ਼ਨਸ ਨੇ ਯੂਨਾਈਟਿਡ ਸਟੇਟਸ ਦੀ ਇਕਨੋਮੀ ਨੂੰ ਹਿਲਾਤਾ, ਦੁਨੀਆ ਦੀ ਸੁਪਰ ਪਾਵਰ ਨੂੰ ਇੰਨਾ ਵੱਡਾ ਇੰਪੈਕਟ ਹੋਇਆ ਉਹਦਾ ਨੈਗੇਟਿਵਲੀ। ਸੋ ਫੂਡ ਸਿਕਿਉਰਿਟੀ ਤਾਂ ਫਿਰ ਵੀ ਵਾਂਸ ਅਗੇਨ ਡੇ ਟੂ ਡੇ ਸਟੈਬਿਲਿਟੀ
ਤੇ ਸਿਵਲ ਸੁਸਾਇਟੀ ਦੇ ਨਾਲ ਜੁੜੀ ਹੋਈ ਚੀਜ਼ ਹੈਗੀ, ਕੋਈ ਟਾਇਲਟ ਪੇਪਰ ਦੀ ਅਸੀਂ ਗੱਲ ਨਹੀਂ ਕਰ ਰਹੇ ਇੱਥੇ। ਗੁਰਦੀਪ ਬਰਾੜ ਜੀ, ਇਹ ਚੀਜ਼ਾਂ ਬਾਰੇ ਜੋ ਸਾਇੰਸ ਸਾਨੂੰ ਦੱਸਦੀ ਹੈ ਉਸ ਪਾਸੇ ਮੈਂ ਗੱਲ ਨੂੰ ਲੈ ਕੇ ਜਾਣਾ ਚਾਹੁੰਦੀ ਹਾਂ। ਇੱਥੇ ਬ੍ਰੇਕ ਲਈ ਰੁਕ ਰਹੇ ਹਾਂ। ਡੋਂਟ ਗੋ ਐਨੀਵੇਅਰ ਵਿਊਅਰਸ, ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ। ਫੂਡ ਇਨਸਿਕਿਉਰਿਟੀ ਨੂੰ ਲੈ ਕੇ ਕਿਸ ਤਰ੍ਹਾਂ ਇਹ ਨਾ ਕਿ ਸਿਰਫ ਸਾਡਾ ਇੱਕ ਇੰਡੀਵਿਜੂਅਲ ਮੁੱਦਾ ਹੈ, ਨੈਸ਼ਨਲ ਸਿਕਿਉਰਿਟੀ ਦਾ ਵੀ ਇਹ ਮੁੱਦਾ ਬਣਦਾ ਹੈ, ਉਹਦੇ ਬਾਰੇ ਗੱਲ ਕਰਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ। ਅੱਜ ਦਾ ਮੁੱਦਾ ਖੇਤੀਬਾੜੀ, ਐਗਰੀਕਲਚਰ ਤੇ ਉਹਦੇ ਨਾਲ ਜੁੜੀ ਹੋਈ ਫੂਡ ਪ੍ਰੋਡਕਸ਼ਨ ਨੂੰ ਲੈ ਕੇ ਅੱਜ ਅਸੀਂ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਬਿਕੋਜ਼ ਇਹ ਮੁੱਦਾ ਅਸੀਂ ਸੋਚਦੇ ਹਾਂ ਕਿ ਹਾਂ ਫਾਰਮਰਸ ਦਾ ਮੁੱਦਾ ਹੈ ਜਾਂ ਐਗਰੀਕਲਚਰਲ ਇੰਡਸਟਰੀ ਦਾ ਮੁੱਦਾ ਹੈ ਜਾਂ ਉਨ ਸਟੇਟਾਂ ਦਾ ਮੁੱਦਾ ਹੈ ਜਿੱਥੇ ਇਹ ਇਕੋਨਮੀ ਡਿਪੈਂਡੈਂਟ ਹੈ ਇਸ ਏਰੀਆ ਦੇ ਵਿੱਚ। ਬਟ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਇਹ ਸਾਡੇ ਸਾਰਿਆਂ ਦਾ ਸਾਂਝਾ ਮੁੱਦਾ ਹੈ। ਅਗਰ ਤੁਹਾਨੂੰ ਹਾਲੇ ਤੱਕ ਇਸ ਚੀਜ਼ ਦਾ ਅਹਿਸਾਸ ਨਹੀਂ ਹੋਇਆ, ਵੱਧਦੀ ਹੋਈ ਇਨਫਲੇਸ਼ਨ, ਮਹਿੰਗਾਈ, ਰਸ਼ੀਆ ਯੂਕਰੇਨ ਵਾਰ, ਇਸ ਸਾਲ ਜੋ ਇੰਟੈਂਸ ਹੀਟ ਵੇਵਸ ਦਾ ਇੰਪੈਕਟ ਹੋਇਆ ਖੇਤੀਬਾੜੀ ਦੇ, ਇਨ ਸਾਰੀ ਚੀਜ਼ਾਂ ਦਾ ਕੀ ਕਨੈਕਸ਼ਨ ਹੈਗਾ, ਉਹਦੇ ਬਾਰੇ ਡਿਸਕਸ਼ਨ ਕਰਨ ਲਈ ਅੱਜ ਗੈਸਟ ਸਾਡੇ ਨਾਲ ਮੌਜੂਦ ਹਨ। ਐਸੋਸੀਏਟ ਪ੍ਰੋਫੈਸਰ ਗੁਰਦੀਪ ਬਰਾੜ ਜੀ। ਬਰਾੜ ਜੀ, ਤੁਸੀਂ ਫਰੈਜ਼ਨੋ ਤੋਂ ਸਾਡੇ ਨਾਲ ਜੁੜ ਰਹੇ ਹੋ, ਜੋ ਕਿ ਅਸੀਂ ਕਹਿ ਸਕਦੇ ਹਾਂ ਇਸ ਕ੍ਰਾਈਸਿਸ ਦਾ ਇੱਕ ਕਿਸਮ ਦਾ ਐਪੀਸੈਂਟਰ ਹੈ। ਬਿਕੋਜ਼ ਉੱਥੇ ਇਸ ਚੀਜ਼ ਦਾ ਇੰਪੈਕਟ ਤੁਸੀਂ ਵੇਖ ਰਹੇ ਹੋ ਦੋਨੋਂ ਤਰਫੋਂ। ਲਾਈਕ ਯੂ ਸੈਡ, ਸੈਂਟਰਲ ਵੈਲੀ, ਫਰੈਜ਼ਨੋ ਏਰੀਆ ਜੋ ਕੈਲੀਫੋਰਨੀਆ ਦੀ ਮੇਨ ਐਗਰੀਕਲਚਰਲ ਹੱਬ ਹੈ ਉਹਦੇ ਵਿੱਚ ਪਾਇਆ ਜਾਂਦਾ ਹੈ, ਬਟ ਉੱਥੇ ਫੂਡ ਇਨਸਿਕਿਉਰਿਟੀ ਵੀ ਪਾਈ ਜਾਂਦੀ ਹੈ ਇੰਨੇ ਵੱਡੇ ਲੈਵਲ 'ਤੇ। ਸੋ ਯੂ ਆਰ ਸੀਇੰਗ ਇਟ ਫਰਮ ਬੋਥ ਸਾਈਡਸ। Let's talk about the biggest threats, right? ਅਸੀਂ ਥੋੜ੍ਹਾ ਜਿਹਾ ਇਨ ਚੀਜ਼ਾਂ ਬਾਰੇ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਜਦੋਂ ਅਸੀਂ ਵਾਟਰ ਕ੍ਰਾਈਸਿਸ ਦੀ ਗੱਲ ਕੀਤੀ, ਜੋ ਕਿ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਪਾਈ ਜਾ ਰਹੀ ਹੈ ਇਸ ਵੇਲੇ, ਭਾਵੇਂ ਐਗਰੀਕਲਚਰ ਇੰਡਸਟਰੀ ਦੇ ਵਿੱਚ ਹੋਏ ਜਾਂ ਆਮ ਲੋਕਾਂ ਲਈ ਵਾਟਰ ਰਿਸਟ੍ਰਿਕਸ਼ਨਸ ਨੂੰ ਲੈ ਕੇ ਹੋਵੇ, ਅਰਬਨ ਏਰੀਆਜ਼ ਦੇ ਵਿੱਚ ਹੋਏ। What other threats ਡੋਮੈਸਟਿਕ ਐਗਰੀਕਲਚਰ ਨੂੰ ਤੇ ਜੋ ਯੂਨਾਈਟਿਡ ਸਟੇਟਸ ਦੀ ਇਸ ਵੇਲੇ ਆਪ ਦੀ ਫੂਡ ਪ੍ਰੋਡਕਸ਼ਨ ਹੈਗੀ, ਕੀ ਖਤਰੇ ਵੱਡੇ ਲੈਵਲ ਤੇ ਇਸ ਵੇਲੇ ਇਸ ਫੂਡ ਪ੍ਰੋਡਕਸ਼ਨ ਨੂੰ ਚੈਲੰਜ ਕਰ ਰਹੇ ਹੈ? ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਪਿਛਲੇ ਇੱਕ ਐਪੀਸੋਡ ਦੇ ਵਿੱਚ ਡਰਾਊਟ ਦੀ ਗੱਲ ਕੀਤੀ ਸੀ, ਅਮਰੀਕਨ ਵੈਸਟ ਦੇ ਵਿੱਚ ਹੀ ਨਹੀਂ ਸਾਰੀ ਦੁਨੀਆ ਭਰ ਦੇ ਵਿੱਚ ਡਰਾਊਟ ਕਿਸ ਤਰੀਕੇ ਦੇ ਨਾਲ ਫੂਡ ਇਨਸਿਕਿਉਰਿਟੀ ਨੂੰ ਵਧਾ ਰਿਹਾ ਹੈ। ਉਸ ਸੰਬੰਧ ਦੇ ਵਿੱਚ ਜਿਹੜਾ ਮੇਰਾ ਕੇਸ ਇਹ ਹੈ ਕਿ ਭਾਵੇਂ ਅਸੀਂ ਅੱਜ ਇਹ ਗੱਲ ਕਰ ਰਹੇ ਹਾਂ ਕਿ ਕੈਲੀਫੋਰਨੀਆ ਦੇ ਵਿੱਚ ਲੰਬੇ ਸਮੇਂ ਦਾ ਡਰਾਊਟ ਹੈਗਾ, ਹੋ ਸਕਦਾ ਆਉਣ ਵਾਲੇ 2 ਸਾਲ ਆ ਜਿਹੜੇ ਉਹ ਮੀਂਹਾਂ ਦੇ ਸਾਲ ਹੋਣ, ਕਿਉਂਕਿ ਇਹ ਸਾਈਕਲਿਕ ਰਿਹਾ ਕੈਲੀਫੋਰਨੀਆ ਦੇ ਵਿੱਚ। ਪਰ ਉਹਦੇ ਬਾਵਜੂਦ ਸਾਡੀ ਪਾਣੀ ਦੀ ਸਮੱਸਿਆ ਜਿਹੜੀ ਇਹ ਰਹਿਣੀ ਹੈ, ਇਹ ਇੰਨੀ ਛੇਤੀ ਜਾਣੀ ਨਹੀਂ। ਤੇ ਗੱਲਾਂ ਇਹ ਹੋ ਰਹੀਆਂ ਨੇ ਕਿ ਸਾਨੂੰ ਕੁਝ ਜਿਹੜੀ ਸਾਡੀ ਖੇਤੀਬਾੜੀ ਦੀ ਜ਼ਮੀਨ ਹੈਗੀ ਹੈ ਉਹ ਖੇਤੀਬਾੜੀ ਦੇ ਵਿੱਚੋਂ ਬਾਹਰ ਕੱਢਣੀ ਪੈ ਸਕਦੀ ਹੈ। ਪਰ ਉਹਦੇ ਬਾਵਜੂਦ ਵੀ ਮੈਂ ਇਸ ਚੀਜ਼ ਦੇ ਉੱਤੇ ਜ਼ੋਰ ਦੇਣਾ ਚਾਹਾਂਗਾ ਕਿ ਸਾਨੂੰ ਸਾਡੀ ਜਿੰਨੀ ਵੀ ਸਾਡੀ ਵਾਹ ਲੱਗਦੀ ਹੈ, ਜਿਸ ਵੀ ਤਰੀਕੇ ਦੇ ਨਾਲ ਅਸੀਂ ਭਾਵੇਂ ਇਨਫਰਾਸਟ੍ਰਕਚਰ ਦੇ ਰਾਹੀਂ ਉਹ ਪਾਣੀ ਦਾ ਪ੍ਰਬੰਧ ਕਰੀਏ, ਭਾਵੇਂ ਅਸੀਂ ਨਵੀਂ ਟੈਕਨੋਲੋਜੀ ਲੈ ਕੇ ਕਰੀਏ, ਸਾਨੂੰ ਆਪਣੀ ਫੂਡ ਪ੍ਰੋਡਕਸ਼ਨ ਨੂੰ ਕੁਝ ਲੈਵਲਸ ਦੇ ਉੱਤੇ ਸਸਟੇਨ ਕਰਨ ਦੀ ਬੇਹੱਦ ਲੋੜ ਹੈ। ਸਾਨੂੰ ਸਾਡੀ ਐਗਰੀਕਲਚਰ ਨੂੰ ਸਪੋਰਟ ਕਰਨ ਦੀ ਲੋੜ ਹੈ, ਭਾਵੇਂ ਉਹ ਪਾਲਿਸੀ ਪੱਧਰ ਤੇ ਹੋਵੇ, ਭਾਵੇਂ ਸੈਕਰਾਮੈਂਟੋ ਤੋਂ ਹੋਵੇ, ਭਾਵੇਂ ਵਾਸ਼ਿੰਗਟਨ ਡੀਸੀ ਤੋਂ। ਸੋ ਉਹ ਬਹੁਤ ਲਾਜ਼ਮੀ ਹੈ। ਇਹ ਇੱਕ ਤਾਂ ਕੇਸ ਜਿਹੜਾ ਆਪਾਂ ਉਹ ਐਸਟੈਬਲਿਸ਼ ਕਰ ਰਹੇ ਹਾਂ। ਪਾਣੀ ਦੀ ਗੱਲ ਜੁੜਦੀ ਹੈਗੀ ਹੈ ਕਲਾਈਮੇਟ ਚੇਂਜ ਦੇ ਨਾਲ, ਵੱਧਦੇ ਟੈਂਪਰੇਚਰਸ ਦੇ ਨਾਲ। ਦੁਨੀਆ ਭਰ ਦੇ ਵਿੱਚ, ਖਾਸ ਤੌਰ 'ਤੇ ਕੈਲੀਫੋਰਨੀਆ ਦੇ ਵਿੱਚ ਵੀ ਅਸੀਂ ਦੇਖਿਆ ਕਿ ਗਲੋਬਲ ਵਾਰਮਿੰਗ ਦੇ ਇਫੈਕਟਸ ਨੇ, ਕਲਾਈਮੇਟ ਚੇਂਜ ਦੇ ਇਫੈਕਟਸ ਨੇ, ਉਹਨਾਂ ਦੇ ਨਾਲ ਫੂਡ ਸਿਕਿਉਰਿਟੀ ਦੇ ਉੱਤੇ ਅਸਰ ਪੈ ਰਿਹਾ। ਮੈਂ ਕੱਲ੍ਹ ਇੱਕ ਕੇਸ ਸਟੱਡੀ ਪੜ੍ਹ ਰਿਹਾ ਸੀਗਾ, ਦ ਹਾਰਨ ਆਫ ਅਫਰੀਕਾ, ਜਿਹੜੇ ਈਸਟਰਨ ਅਫਰੀਕਨ ਨੇਸ਼ਨਸ ਨੇ, ਇਰੀਟਰੀਆ, ਕੈਨੀਆ, ਇਥੀਓਪੀਆ, ਉਹਨਾਂ ਦੇ ਵਿੱਚ, ਸੋਮਾਲੀਆ ਦੇ ਵਿੱਚ ਜਿਹੜੀ ਹੰਗਰ ਹੈਗੀ ਹੈ। ਅਫਰੀਕਾ ਦੇ ਵਿੱਚ ਤਾਂ ਪਹਿਲਾਂ ਹੀ ਕਾਫੀ ਜ਼ਿਆਦਾ ਇਹ ਸਮੱਸਿਆ ਸੀਗੀ। ਹੁਣ ਜਿਵੇਂ ਜਿਵੇਂ ਜਦੋਂ ਪ੍ਰੋਲੋਂਗਡ ਡਰਾਊਟ ਹੁੰਦੇ ਨੇ ਜਾਂ ਹੀਟ ਸਪੈਲਸ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਫੂਡ ਪ੍ਰੋਡਕਸ਼ਨ ਜਿਹੜੀ ਘਟਦੀ ਹੈ, ਉਹਦਾ ਸਿੱਧਾ ਅਸਰ ਹੈ ਜਿਹੜਾ ਉਹ ਪੈਂਦਾ ਡੋਮੈਸਟਿਕ ਦੇ ਵਿੱਚ ਵੀ, ਸਾਡੀ ਜਿਹੜੀ ਆਪਣੀ ਫੂਡ ਪ੍ਰੋਡਕਸ਼ਨ ਹੈਗੀ ਹੈ ਇੰਟਰਨਲ, ਉਹਦੇ ਉੱਤੇ ਵੀ ਪੈਂਦਾ। ਦੂਸਰੀ ਜਿਹੜੀ ਹੋਰ ਕਾਰਨ ਨੇ ਜਿਹੜੇ ਆਪਾਂ ਅੱਗੇ ਡਿਟੇਲ ਦੇ ਵਿੱਚ ਮੈਂ ਗੱਲ ਕਰਨਾ ਚਾਹੂੰਗਾ ਕਿਸੇ ਹੋਰ ਸੈਗਮੈਂਟ ਦੇ ਵਿੱਚ, ਫੈਮਿਲੀ ਫਾਰਮਸ ਦੇ ਵਿੱਚ। ਫੈਮਿਲੀ ਫਾਰਮਸ ਦਾ ਡਿਸਅਪੀਅਰ ਹੋਣਾ ਉਹ ਵੀ ਇੱਕ ਬਹੁਤ ਵੱਡੀ ਥ੍ਰੈਟ ਹੈ। ਉਹਦੇ ਬਹੁਤ ਸਾਰੇ ਵੱਖਰੇ ਵੱਖਰੇ ਕਾਰਨ ਨੇ। ਜਿਹੜੀ ਐਕਸੈਸ ਟੂ ਫਰੈਸ਼ ਫੂਡ ਹੈਗੀ ਹੈ ਐਂਡ ਲੋਕਲ ਫੂਡ ਸਿਸਟਮਸ ਨੇ, ਮੈਂ ਇਹ ਸਮਝਦਾ ਕਿਉਂਕਿ ਮੈਂ ਹਰੇਕ ਗੱਲ ਨੂੰ ਪੋਜ਼ਿਟਿਵਲੀ ਦੇਖਣ ਦਾ ਵੀ ਆਦੀ ਹਾਂ। ਪੈਂਡੈਮਿਕ ਨੇ ਇੱਕ ਨਵਾਂ ਜਿਹੜਾ ਜ਼ਾਵੀਆ ਲੈ ਕੇ ਆਂਦਾ, ਨਵਾਂ ਦ੍ਰਿਸ਼ਟੀਕੋਣ ਲੈ ਕੇ ਆਂਦਾ। ਪੈਂਡੈਮਿਕ ਤੋਂ ਬਾਅਦ
ਬਹੁਤ ਸਾਰੇ ਲੋਕ ਲੋਕਲ ਫੂਡ ਪ੍ਰੋਡਕਸ਼ਨ ਦੇ ਬਾਰੇ ਅਵੇਅਰ ਹੋਏ ਨੇ। UC ਡੇਵਿਸ ਦੀ ਇੱਕ ਸਟੱਡੀ ਕਹਿੰਦੀ ਹੈ ਦੁਨੀਆ ਭਰ ਦੇ ਵਿੱਚ ਕਿ ਲੋਕ ਕਿੰਨੇ ਜ਼ਿਆਦਾ ਲੋਕ ਬਹੁਤਾਤ ਦੇ ਵਿੱਚ ਗਾਰਡਨਿੰਗ ਵੱਲ ਨੂੰ ਹੋਏ ਨੇ, ਲੋਕਲ ਫੂਡ ਪ੍ਰੋਡਕਸ਼ਨ ਦੀ ਹੈਲਪ ਕਰਦੇ ਨੇ। ਸੋ ਸਾਨੂੰ ਉਹ ਲੋਕਲ ਫੂਡ ਪ੍ਰੋਡਕਸ਼ਨ ਸਿਸਟਮਸ ਆ ਜਿਹੜੇ ਕਿ ਡਿਸਅਪੀਅਰ ਹੋ ਰਹੇ ਸੀ ਬਹੁਤ ਸਾਰੇ ਕਾਰਨਾਂ ਦੇ ਕਰਕੇ। ਉਹਦੇ ਵਿੱਚ ਸਪਲਾਈ ਚੇਨ ਇਸ਼ੂਜ਼ ਵੀ ਨੇ, ਉਹਦੇ ਵਿੱਚ ਭਾਵੇਂ ਉਹ ਯੂਕਰੇਨ ਦੀ ਵਾਰ ਕਹਿ ਲਓ, ਵੀ ਫਰਟੀਲਾਈਜ਼ਰ ਦੀ ਕਿੱਲਤ ਜਾਂ ਹੋਰ ਕੈਮੀਕਲਸ ਦੀ ਕਿੱਲਤ ਆ ਰਹੀ ਹੈ। ਉਹ ਬਹੁਤ ਸਾਰੇ ਇਦਾਂ ਦੇ ਇਕੱਠੇ ਹੋ ਜਾਂਦੇ ਨੇ ਫੈਕਟਰਸ ਜਿਨ੍ਹਾਂ ਦੇ ਨਾਲ ਸਾਨੂੰ ਲੱਗਦਾ ਕਿ ਸਾਡੀ ਫੂਡ ਪ੍ਰੋਡਕਸ਼ਨ ਹੈ ਜਿਹੜੀ ਉਹ ਖਤਰੇ ਵਿੱਚ ਜਾ ਸਕਦੀ ਹੈ ਜਾਂ ਸਾਨੂੰ ਕੁਝ ਨਾ ਕੁਝ ਕਰਨ ਦੀ ਲੋੜ ਹੈ। ਜੀ ਇੱਕ ਪਾਸੇ ਤਾਂ ਸਾਇੰਸ ਦੇ ਨਾਲ ਜੁੜੀ ਹੋਈ এনवायरमेंटल ਫੈਕਟਰਸ ਦੀ ਗੱਲ ਹੋ ਰਹੀ ਹੈ, ਦੂਜੇ ਪਾਸੇ ਪਾਲਿਸੀ ਦੇ ਨਾਲ ਜੁੜੀ ਹੋਈ ਜੋ ਕਿ ਗਲੋਬਲ ਪੋਲਿਟਿਕਸ ਅਤੇ ਇਹੋ ਜਿਹੀ ਕੌਨਫਲਿਕਟਸ ਹਨ ਜਿਸ ਤਰ੍ਹਾਂ ਯੂਕਰੇਨ ਰਸ਼ੀਆ ਉਹਦੇ ਨਾਲ ਸੰਬੰਧਿਤ ਤੇ ਵਿੱਚ ਫਸੀ ਹੋਈ ਗਲੋਬਲ ਫੂਡ ਸਿਕਿਉਰਿਟੀ। ਇਨ ਫੈਕਟ ਯੂਨਾਈਟਿਡ ਨੇਸ਼ਨਸ ਵੱਲੋਂ ਰੀਸੈਂਟਲੀ ਵੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਭ ਤੋਂ ਗਰੀਬ ਜਾਂ ਸਭ ਤੋਂ ਹੰਗਰ ਪ੍ਰਬੰਧਿਤ ਮੁਲਕ ਹਨ ਉਹਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਨ ਸਰਦੀਆਂ ਦੇ ਵਿੱਚ ਵੱਡੇ ਲੈਵਲ ਦੀ ਕ੍ਰਾਈਸਿਸ ਮਹਿਸੂਸ ਹੋ ਸਕਦੀ ਹੈ। ਇਹ ਕ੍ਰਾਈਸਿਸ ਯੂਰਪ ਦੇ ਵਿੱਚ ਵੀ ਮਹਿਸੂਸ ਹੋ ਸਕਦੀ ਹੈ ਜੋ ਕਿ ਵਾਂਸ ਅਗੇਨ ਦੁਨੀਆ ਦੇ ਅਮੀਰ ਏਰੀਆਜ਼ ਦੇ ਵਿੱਚ ਗਿਣੇ ਜਾਂਦੇ ਹੈ। when we talk about threats to production, ਨਾ ਕਿ ਸਿਰਫ environmental threats ਹਨ ਜਿਸ ਤਰ੍ਹਾਂ ਪਾਣੀ ਐਂਡ ਟੈਂਪਰੇਚਰ, ਬਟ once again policy threats ਵੀ ਹੈਗੀਆਂ। ਬਟ ਇਨ ਖਤਰਿਆਂ ਕਰਕੇ ਮੈਂ ਚਾਹਾਂਗੀ ਗੁਰੀ ਜੀ ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਅਗਰ ਅਸੀਂ ਲੋਕਲ ਫਾਰਮਸ ਤੋਂ ਹਟ ਕੇ ਸੋਚੀਏ, ਬਿਕਾਜ਼ ਨਾਟ ਐਵਰੀਵਨ ਹੈਜ਼ ਦੈਟ ਆਪਸ਼ਨ ਰਾਈਟ, ਖਾਸ ਕਰਕੇ ਅਰਬਨ ਏਰੀਆਜ਼ ਦੇ ਵਿੱਚ ਜਿੱਥੇ ਲੋਕੀ ਸ਼ਹਿਰਾਂ ਦੇ ਵਿੱਚ ਰਹਿੰਦੇ ਉਹਨਾਂ ਦੇ ਕੋਲ ਇਹ ਆਪਸ਼ਨਸ ਨਹੀਂ ਹਨ। what can we do from a local level ਤਾਂ ਕਿ ਸਾਨੂੰ ਇੱਕ ਇਸ ਫੂਡ ਇਨਸਿਕਿਉਰਿਟੀ ਦੇ ਵਿੱਚ ਅਸੀਂ ਕੋਈ ਪੋਜ਼ਿਟਿਵ ਚੇਂਜ ਲੈ ਕੇ ਆਈਏ? ਜੀ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਫੂਡ ਸਿਕਿਉਰਿਟੀ ਇਜ਼ ਨੈਸ਼ਨਲ ਸਿਕਿਉਰਿਟੀ ਜਦੋਂ ਇਸ ਟੌਪਿਕ ਦੀ ਗੱਲ ਕਰਦੇ ਹਾਂ ਨਾ ਤਾਂ ਇਹਦੇ ਦੋ ਹਿੱਸੇ ਬਣਦੇ ਜੀ। ਪਹਿਲਾ ਹਿੱਸਾ ਤਾਂ ਇਹ ਹੈ ਕਿ ਜਿਹੜੀ ਸਾਡੀ ਡੋਮੈਸਟਿਕ ਫੂਡ ਸਪਲਾਈ ਹੈਗੀ ਹੈ ਜਾਂ ਘਰੇਲੂ ਲੋੜਾਂ ਨੇ ਫੂਡ ਦੇ ਮਾਮਲੇ ਦੇ ਵਿੱਚ, ਉਹਦੇ ਵਿੱਚ ਫੋਰਨ ਜਿਹੜੀ ਇੰਟਰਫੀਰੈਂਸ ਜਾਂ ਫੋਰਨ ਪੈਨੀਟ੍ਰੇਸ਼ਨ ਹੈ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਵੱਧਦੀ ਹੈ। ਚਾਈਨਾ ਲੈਂਡ ਖਰੀਦ ਰਿਹਾ ਹੈ, ਹੋਰ ਇੱਦਾਂ ਦੀਆਂ ਕੰਪਨੀਆਂ ਨੇ। ਇੱਕ ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਬੀਫ ਦੇ ਜਿਹੜੇ ਸਾਡੇ 4 ਮੈਗਾ ਪੈਕਰ ਨੇ, ਮਤਲਬ ਬਹੁਤ ਤਕੜੀਆਂ ਕਾਰਪੋਰੇਸ਼ਨ ਨੇ ਜਿਹੜੀਆਂ, ਉਹ ਸਿਰਫ 4 ਨੇ। ਸੋ ਦੇयर ਇਜ਼ ਲੈਕ ਆਫ ਕੰਪੀਟੀਸ਼ਨ। ਉਹ ਇੱਕ ਹੈਲਥੀ ਕੰਪੀਟੀਸ਼ਨ ਹੈ ਜਿਹੜਾ ਉਹ ਨਹੀਂ ਹੈਗਾ। ਉਹਨਾਂ 4 ਦੇ ਵਿੱਚੋਂ ਵੀ ਇੱਕ ਹੈ ਜਿਹੜੀ ਉਹ JBS ਬ੍ਰਾਜ਼ੀਲ ਬੈਕ ਜਿਹੜੀ ਕੰਪਨੀ ਸੀਗੀ, ਪਿਛਲੇ ਸਾਲ ਉਹਦੇ ਉੱਤੇ ਸਾਈਬਰ ਅਟੈਕਸ ਹੋਏ ਜਿਹਦੇ ਨਾਲ ਸਾਡੀ ਜਿਹੜੀ ਡੋਮੈਸਟਿਕ ਮੀਟ ਦੀ ਸਪਲਾਈ ਸੀਗੀ ਉਹਦੇ ਵਿੱਚ ਕਾਫੀ ਉਹ ਇਨਸਿਕਿਉਰਿਟੀ ਜਿਹੜੀ ਆ ਉਹ ਆ ਗਈ ਹੈ। ਸੋ ਇੱਕ ਤਾਂ ਇਹ ਹੈ ਕਿ ਸਾਨੂੰ ਆਪਣੀਆਂ ਜਿਹੜੇ ਵੀ ਸੋਰਸਿਸ ਨੇ, ਭਾਵੇਂ ਉਹ ਫਰਟੀਲਾਈਜ਼ਰ ਜਾਂ ਕੈਮੀਕਲਸ ਨੇ ਜਾਂ ਜੋ ਵੀ ਫੂਡ ਪ੍ਰੋਡਕਸ਼ਨ ਦੇ ਵਿੱਚ ਚੀਜ਼ਾਂ ਨੇ, ਇਨਕਲੂਡਿੰਗ ਦ ਲੈਂਡ, ਸਾਡੀ ਜ਼ਮੀਨ ਤੋਂ ਲੈ ਕੇ, ਉਹ ਸਾਨੂੰ ਘਰੇਲੂ ਪੱਧਰ ਦੇ ਉੱਤੇ ਇਸ ਤਰ੍ਹਾਂ ਦੀਆਂ ਪਾਲਿਸੀਜ਼ ਨੂੰ ਹੁਲਾਰਾ ਦੇਣਾ ਚਾਹੀਦਾ ਹੈ ਕਿ ਉਹ ਘਰੇਲੂ ਪੱਧਰ ਦੇ ਉੱਤੇ ਉਹ ਸਾਡੀਆਂ ਬਹੁਤਾਤ ਦੇ ਵਿੱਚ ਲੋੜਾਂ ਜਿਹੜੀਆਂ ਉਹ ਕਿਸ ਤਰੀਕੇ ਦੇ ਨਾਲ ਅਸੀਂ ਮੀਟ ਕਰਨੀਆਂ ਨੇ। ਦੂਜਾ ਜਿਹੜਾ ਪੱਖ ਹੈਗਾ ਫੂਡ ਸਿਕਿਉਰਿਟੀ ਦਾ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵਰਲਡ ਲੈਵਲ ਦੇ ਉੱਤੇ ਹੰਗਰ ਤੇ ਵਾਰ ਤੇ ਪੀਸ ਦਾ ਜਿਹੜਾ ਰਿਲੇਸ਼ਨ ਹੈਗਾ, ਉਹਦੇ ਵਿੱਚ ਵੀ ਸਾਡੀਆਂ ਪਾਲਿਸੀ ਲੈਵਲ ਦੇ ਉੱਤੇ ਯੂਨਾਈਟਿਡ ਸਟੇਟਸ ਦੇ ਕੁਝ ਮਹਿਕਮੇ ਨੇ, ਜਿਵੇਂ USAID, ਮੈਂ ਵੀ ਇੱਕ USAID ਦੇ ਪ੍ਰੋਜੈਕਟ ਦੇ ਵਿੱਚ ਕੰਮ ਕੀਤਾ ਹੈ। ਅਸੀਂ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਵੱਖਰੀਆਂ ਥਾਵਾਂ ਦੇ ਉੱਤੇ ਜਾ ਕੇ, ਅਮਰੀਕਾ ਦੇ ਵੀ ਮਾਹਰ ਹੁੰਦੇ, ਦੁਨੀਆ ਭਰ ਦੇ ਮਾਹਰ ਹੁੰਦੇ ਨੇ, ਉਹ ਉੱਥੇ ਜਾ ਕੇ ਇਹਨਾਂ ਇਸ਼ੂਜ਼ ਨੂੰ ਐਡਰੈਸ ਕਰਦੇ ਆ, ਹੰਗਰ ਨੂੰ ਜਾਂ ਪਾਵਰਟੀ ਨੂੰ, ਤਾਂ ਕਿ ਜਿਹੜੀਆਂ ਹਰੇਕ ਜਗ੍ਹਾ ਦੀਆਂ ਜਿਹੜੀਆਂ ਫੂਡ ਦੀਆਂ ਨੀਡਸ ਨੇ ਉਹ ਉੱਥੇ ਮੈਟ ਹੋਈਆਂ ਰਹਿਣ। ਕਿਉਂਕਿ ਜੇਕਰ ਉਹ ਨਹੀਂ ਹੁੰਦੀ ਤਾਂ ਉਹਦੇ ਨਾਲ ਫਿਰ ਇੱਕ ਹੋਰ ਇਸ਼ੂ ਹੈ ਜਿਹੜਾ ਮਾਈਗ੍ਰੇਸ਼ਨ ਦਾ ਇਸ਼ੂ ਹੁੰਦਾ ਹੈ। ਸੈਂਟਰਲ ਅਮਰੀਕਾ ਤੋਂ ਮਾਈਗ੍ਰੇਸ਼ਨ ਹੈ ਜਿਹੜੀ ਲੋਕਾਂ ਦੀ ਕਿੰਨੀ ਵੱਡੀ ਪੱਧਰ ਦੇ ਉੱਤੇ ਆਉਂਦੀ ਹੈ। ਯੂਰਪ ਦੇ ਵਿੱਚ ਜਿਹੜੀ ਅਫਰੀਕਾ ਤੋਂ ਜਿਹੜੀ ਮਾਈਗ੍ਰੇਸ਼ਨ ਹੈਗੀ ਆ ਉਹ ਬਹੁਤ ਵੱਡੀ ਸਮੱਸਿਆ ਜਿਹੜੀ ਉਹ ਬਣਦੀ ਜਾ ਰਹੀ ਹੈ। ਸੋ ਉਹ ਪਾਵਰਟੀ, ਮਾਈਗ੍ਰੇਸ਼ਨ, ਇਹਨਾਂ ਨੂੰ ਐਡਰੈਸ ਕਰਨ ਦੇ ਵਾਸਤੇ ਇਕੱਲੇ ਘਰੇਲੂ ਪੱਧਰ ਦੇ ਉੱਤੇ, ਅਮਰੀਕਾ ਦੇ ਪੱਧਰ ਦੇ ਉੱਤੇ ਹੀ ਨਹੀਂ, ਸਗੋਂ ਵਰਲਡ ਦੇ ਪੱਧਰ ਦੇ ਉੱਤੇ ਵੀ ਇਹ ਜਿਹੜੀ ਸਾਨੂੰ ਲੋੜ ਹੈਗੀ ਹੈ ਇਹਨਾਂ ਦੀਆਂ ਪਾਲਿਸੀਜ਼ ਦੀ। ਦੂਸਰੀ ਗੱਲ, ਤੁਸੀਂ ਵੱਡੀਆਂ ਚੈਲੰਜਸ ਦੀ ਗੱਲ ਕੀਤੀ, ਘਰੇਲੂ ਬਗੀਚੀਆਂ ਜਾਂ ਕਮਿਊਨਿਟੀ ਗਾਰਡਨਸ ਇਹਦਾ ਮੁਕੰਮਲ ਹੱਲ ਨਹੀਂ ਹੈ। ਉਹ ਤਾਂ ਇੱਕ ਲਾਈਫ ਸਟਾਈਲ ਜਾਂ ਵੇ ਆਫ ਲਿਵਿੰਗ ਦੀ ਗੱਲ ਹੈ। ਪਰ ਜਿਹੜਾ ਅਰਬਨ ਐਕਸਪੈਂਸ਼ਨ ਹੈਗਾ
ਉਹ ਸਾਡੇ ਜਿਹੜੀ ਸ਼ਹਿਰੀ ਵਸੋਂ ਸ਼ਹਿਰਾਂ ਤੋਂ ਬਾਹਰ ਵੱਧ ਰਹੀ ਹੈ, ਸਾਡੀ ਖੇਤੀਬਾੜੀ ਵਾਲੀ ਜ਼ਮੀਨ ਨੂੰ ਖਾ ਰਹੀ ਹੈ, ਉਹਦੇ ਵਿੱਚ ਉਹਦੇ ਕਰਕੇ ਫੈਮਿਲੀ ਫਾਰਮ ਹੈ ਜਿਹੜੇ ਉਹ ਬਾਹਰ ਹੋ ਰਹੇ ਨੇ ਇਸ ਚੀਜ਼ ਦੇ ਵਿੱਚੋਂ। ਠੀਕ ਹੈ, ਵੱਡੀਆਂ ਕੰਪਨੀਆਂ ਦੀ ਲੋੜ ਹੈ, ਪਰ ਮੈਗਾ ਕਾਰਪੋਰੇਸ਼ਨਸ ਦੇ ਨਾਲੋਂ ਸਾਨੂੰ ਫੈਮਿਲੀ ਫਾਰਮਸ ਨੂੰ ਵੀ ਸਪੋਰਟ ਕਰਨ ਦੀ ਲੋੜ ਹੈ। ਤੇ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਅੰਕੜਿਆਂ ਦੀ, ਤਾਂ ਤਕਰੀਬਨ ਕੈਲੀਫੋਰਨੀਆ ਦੇ 93% ਫਾਰਮ ਨੇ ਜਿਹੜੇ ਉਹ ਹਾਲੇ ਵੀ ਫੈਮਿਲੀ ਫਾਰਮ ਵਜੋਂ ਡਿਫਾਈਨਡ ਨੇ, ਜਿਹੜੇ ਕਿ $3.5 ਲੱਖ ਜਾਂ ਉਸ ਤੋਂ ਘੱਟ ਦੀ ਗ੍ਰੋਸ ਇਨਕਮ ਵਾਲੇ ਫਾਰਮਸ ਹੈਗੇ ਨੇ। ਸੋ ਸਾਨੂੰ ਉਹਨਾਂ ਫਾਰਮਸ ਦੀ ਬਾਂਹ ਫੜਨ ਦੀ ਲੋੜ ਹੈ, ਕਿਉਂਕਿ ਉਹ ਫਾਰਮ ਨੇ ਜਿਹੜੇ ਉਹ ਡਰਾਊਟ ਤੋਂ ਜਾਂ ਕਲਾਈਮੇਟ ਚੇਂਜ ਤੋਂ ਵੀ ਬਹੁਤ ਜ਼ਿਆਦਾ ਅਫੈਕਟ ਹੁੰਦੇ ਨੇ। ਉਹਨਾਂ ਕੋਲੇ ਇੰਨੀ ਜ਼ਿਆਦਾ ਕੈਪੈਸਿਟੀ ਨਹੀਂ ਹੁੰਦੀ ਕਿ ਉਹਨਾਂ ਚੀਜ਼ਾਂ ਦੇ ਨਾਲ ਜੂਝ ਸਕਣ। ਉਹੀ ਫਾਰਮਸ ਨੇ ਜਿਹੜੇ ਜਿਹੜੀ ਨਵੀਂ ਸਪਲਾਈ ਚੇਨ ਇਸ਼ੂ ਹੈ ਜਾਂ ਇਨਫਲੇਸ਼ਨ ਹੈ, ਉਹਨਾਂ ਤੋਂ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਨੇ, ਤੇ ਉਹਨਾਂ ਕਰਕੇ ਵੀ ਉਹ ਫਾਰਮ ਜਿਹੜੇ ਉਹ ਬੰਦ ਹੁੰਦੇ ਜਾ ਰਹੇ ਨੇ। ਤੇ ਇਸ ਕਰਕੇ ਉਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਤੇ ਅਗਲੀ ਗੱਲ ਜਿਹੜੀ ਲੂਣਾਂ ਦੀ ਗੱਲ ਹੈ, ਜਿਹੜੀ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਕੀਤੀ ਸੀ, ਲੂਣ ਜਿਹੜੇ ਸਾਨੂੰ ਉਹ ਸਾਡੀ ਟੈਕਨੋਲੋਜੀ ਵੀ ਸਾਡੀ ਮਦਦ ਕਰੇਗੀ ਕਿ ਉਹਨਾਂ ਚੀਜ਼ਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀਆਂ ਕ੍ਰੌਪਸ ਲੈ ਕੇ ਆਈਏ, ਕੁਛ ਇਸ ਤਰ੍ਹਾਂ ਦੀਆਂ ਅਸੀਂ ਬਰੀਡਿੰਗ ਕਰੀਏ ਕਿ ਨਵੀਆਂ ਕ੍ਰੌਪਸ ਇਦਾਂ ਦੀਆਂ ਹੋਣ ਜਿਹੜੀਆਂ ਅਸੀਂ ਮਾਰਜਨਲ ਲੈਂਡਸ ਦੇ ਉੱਤੇ ਕਰ ਜੀ। ਗੁਰੀਤ ਜੀ, ਤੁਸੀਂ ਟੈਕਨੋਲੋਜੀ ਦੀ ਗੱਲ ਕੀਤੀ ਹੈ। ਆਈ ਵਾਂਟ ਟੂ ਟੇਕ ਸਮ ਸੈਪਰੇਟ ਟਾਈਮ ਫॉर दैट ਅਗਲੇ ਸੈਗਮੈਂਟ ਦੇ ਵਿੱਚ, ਬਟ ਉਸ ਤੋਂ ਪਹਿਲੇ ਤੁਸੀਂ ਇਹ ਲੈਂਡ ਦੀ ਗੱਲ ਕਰ ਰਹੇ ਹੋ, ਜ਼ਮੀਨ ਦੀ ਗੱਲ ਕਰ ਰਹੇ ਹੋ, ਰਾਈਟ? ਮੈਂ ਇਹ ਵੀ ਇੱਕ ਰਿਪੋਰਟ ਸੁਣੀ ਸੀ ਕੁਝ ਸਮੇਂ ਪਹਿਲੇ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਸਭ ਤੋਂ ਜ਼ਿਆਦਾ ਲੈਂਡ ਇਸ ਵੇਲੇ ਜਿਹਦੇ ਵਿੱਚ ਵੱਡੀ ਗਿਣਤੀ ਫਾਰਮਲੈਂਡ ਦੀ ਰੱਖੀ ਜਾਂਦੀ ਹੈ is being bought up, is currently owned by Bill Gates, right? And ਇਹ ਵੀ ਕਨੈਕਸ਼ਨ ਬਣਾਇਆ ਗਿਆ ਸੀ ਕਿ ਬਿਲ ਗੇਟਸ ਦੁਨੀਆ ਦੇ ਜੋ ਸਭ ਤੋਂ ਅਮੀਰ ਦੇ ਵਿੱਚ ਗਿਣੇ ਜਾਂਦੇ ਹੈ, ਉਹ ਯੂਨਾਈਟਿਡ ਸਟੇਟਸ ਦੇ ਵਿੱਚ ਸਭ ਤੋਂ ਜ਼ਿਆਦਾ ਲੈਂਡ ਕਿਉਂ ਓਨ ਕਰਦੇ ਆ, ਰਾਈਟ? ਐਂਡ ਦ ਕਨੈਕਸ਼ਨ ਵਾਜ਼ ਮੇਡ ਬਿਕਾਜ਼ somewhere that Bill Gates understands कि at the end of the day जो food security है वो directly connected है ਜ਼ਮੀਨ ਦੇ ਨਾਲ। ਅਗਰ ਤੁਸੀਂ ਸਭ ਤੋਂ ਜ਼ਿਆਦਾ ਜ਼ਮੀਨ ਓਨ ਕਰਦੇ ਹੋ, ਤੁਸੀਂ ਫੂਡ ਪ੍ਰੋਡਕਸ਼ਨ ਨੂੰ ਓਨ ਕਰਦੇ ਹੋ। ਇਸ ਚੀਜ਼ ਉੱਤੇ ਕੋਈ ਕਮੈਂਟ ਜਸਟ ਫਰਮ ਅ ਪਰਸਨਲ ਜੀਓਪੋਲਿਟੀਕਲ ਪਰਸਪੈਕਟਿਵ? ਜੀ, ਬਹੁਤ ਇੰਟਰਸਟਿੰਗ ਸਵਾਲ ਹੈ। ਮੈਂ ਇਹਦੇ ਬਾਰੇ ਬਹੁਤ ਸੋਚਿਆ ਜੀ, ਤੇ ਮੇਰਾ ਇੱਕ ਪਰਸਨਲ ਓਪੀਨੀਅਨ ਵੀ ਹੈਗਾ ਇਸ ਚੀਜ਼ ਦੇ ਬਾਰੇ। ਦੇਖੋ, ਬਿਲ ਗੇਟਸ ਨੂੰ ਮੈਂ ਰਿਗਾਰਡ ਕਰਦਾ ਕਿ ਉਹਦੇ ਕੋਲੇ ਬਹੁਤ ਸਾਰੀਆਂ ਚੀਜ਼ਾਂ ਦੀ ਐਕਸੈਸ ਹੈ, ਬਹੁਤ ਸਾਰੀ ਪਿਛਲੇ 40 ਵਰ੍ਹਿਆਂ ਤੋਂ ਉਹ ਦੁਨੀਆ ਦੀ ਟੈਕਨੋਲੋਜੀ ਦੇ ਉੱਤੇ ਰਾਜ ਕਰ ਰਿਹਾ ਹੈ। ਇਹਦਾ ਮਤਲਬ ਇਹ ਹੈ ਕਿ ਬਿਲ ਗੇਟਸ ਕੋਲ ਐਕਸੈਸ ਹੈਗੀ ਹੈ ਡਾਟਾ ਨੂੰ। ਉਹਨਾਂ ਨੇ ਡਾਟਾ ਦੇਖਿਆ ਹੋਇਆ ਪਿਛਲੇ 40 ਸਾਲਾਂ ਤੋਂ, ਉਹ ਦੇਖ ਰਹੇ ਨੇ ਕਿ ਡਾਟਾ ਕੀ ਕਹਿ ਰਿਹਾ, ਤੇ ਭਵਿੱਖ ਦੇ ਡਾਟੇ ਦੇ ਮਾਡਲਸ ਵੀ ਉਹਨਾਂ ਨੇ ਰਨ ਕੀਤੇ ਹੋਣਗੇ। ਸੋ ਤੁਸੀਂ ਇਹ ਸੋਚੋ ਕਿ ਕੁਝ ਸਾਲ ਪਹਿਲਾਂ ਉਸੇ ਡਾਟਾ ਦੇ ਆਧਾਰ ਦੇ ਉੱਤੇ ਜਾਂ ਆਪਣੇ ਅਫਰੀਕਾ ਨੇ ਪ੍ਰੋਡਿਕਟ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਦੀ ਵੇਵ ਆ ਸਕਦੀ ਹੈਗੀ ਹੈ, ਪੈਂਡੈਮਿਕ ਦੀ, ਇੱਕ ਬਿਮਾਰੀ ਇਸ ਤਰ੍ਹਾਂ ਦੀ ਆ ਸਕਦੀ ਹੈ। ਸੋ ਤੁਸੀਂ ਉਹ ਸੋਚੋ ਕਿ ਕਿਉਂਕਿ ਉਹ ਡਾਟਾ ਦੇ ਉੱਤੇ ਉਹਨਾਂ ਦੀ ਕੋਈ ਪਰਸਨਲ ਫੀਲਿੰਗ ਨਹੀਂ ਸੀਗੀ। ਸੋ ਜੇਕਰ ਹੁਣ ਉਹ ਐਗਰੀਕਲਚਰ ਲੈਂਡ ਖਰੀਦ ਰਹੇ ਨੇ ਜਿਹਦੇ ਵਿੱਚ ਫੋਰੈਸਟ ਲੈਂਡ ਵੀ ਹੈਗੀ ਹੈ, ਜਿਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਕਾਰਬਨ ਕ੍ਰੈਡਿਟਸ ਦੀ ਗੱਲ ਜਾਂ ਕਾਰਬਨ ਨਿਊਟਰਲ ਸਿਸਟਮਸ ਦੀ ਗੱਲ ਹੋਊਗੀ, ਤੇ ਨਾਲ ਹੀ ਫੂਡ ਪ੍ਰੋਡਕਸ਼ਨ ਹੈ। ਸੋ ਇਹਦਾ ਮਤਲਬ ਇਹ ਹੈ, ਮੈਂ ਤਾਂ ਸਿਰਫ ਇੱਕੋ ਗੱਲ ਸਮਝਦਾ ਕਿ ਬਿਲ ਗੇਟਸ ਨੂੰ ਇਹੋ ਜਿਹੀ ਗੱਲ ਕੋਈ ਪਤਾ ਹੈ ਜਿਹੜੀ ਆਉਣ ਵਾਲੇ ਸਾਲਾਂ ਦੇ ਵਿੱਚ ਦੁਨੀਆ ਕਿੱਧਰ ਨੂੰ ਜਾ ਰਹੀ ਹੈ, ਡਾਟਾ ਨੂੰ ਲੈ ਕੇ, ਕਲਾਈਮੇਟ ਚੇਂਜ ਤੇ ਕਾਰਬਨ ਨੂੰ ਲੈ ਕੇ, ਕਾਰਬਨ ਸਿਕੁਐਸਟ੍ਰੇਸ਼ਨ ਨੂੰ ਤੇ ਕਾਰਬਨ ਕ੍ਰੈਡਿਟਸ ਨੂੰ ਲੈ ਕੇ। ਸੋ ਜਿਹਦੇ ਕਰਕੇ ਉਹਨਾਂ ਦੇ ਇਹ ਐਕਸ਼ਨਸ ਹੈਗੇ ਨੇ। ਸੋ ਇਸ ਕਰਕੇ ਉਹੀ ਚੀਜ਼ਾਂ ਨੇ, ਕਿਹੜੀਆਂ ਚੀਜ਼ਾਂ ਨੇ ਆਪਾਂ ਨੂੰ ਪਤਾ ਹੈ ਕਿ ਦੁਨੀਆ ਕਿੱਧਰ ਨੂੰ ਜਾ ਰਹੀ ਹੈ। I mean, it's unfortunate, right? But ਅਸੀਂ ਇਹਦਾ ਇਹ ਮਤਲਬ ਨਹੀਂ ਕੁਝ ਸਿੱਖ ਨਹੀਂ ਸਕਦੇ, ਕੁਝ ਇੰਡੀਕੇਸ਼ਨ ਨਹੀਂ ਲੈ ਸਕਦੇ ਇਨ ਲੋਕਾਂ ਦੇ ਐਕਸ਼ਨਸ ਤੋਂ। ਲਾਈਕ ਯੂ ਸੈਡ, ਇਹ ਅੰਦਾਜ਼ਾ ਲਾਉਣ ਲਈ ਕਿ ਦੁਨੀਆ ਕਿਸ ਪਾਸੇ ਜਾ ਰਹੀ ਹੈ। ਟੈਕਨੋਲੋਜੀ ਦਾ ਬਾਰ-ਬਾਰ ਅਸੀਂ ਇੱਥੇ ਜ਼ਿਕਰ ਕਰ ਰਹੇ ਹਾਂ, ਇਹਦੇ ਬਾਰੇ ਮੈਂ ਗੱਲ ਤੁਹਾਡੇ ਨਾਲ ਅੱਗੇ ਵਧਾਉਣਾ ਚਾਹੁੰਦੀ। ਇੱਕ ਬ੍ਰੇਕ ਲਈ ਇੱਥੇ ਰੁਕਦੇ ਹਾਂ। ਗੁਰੀ ਜੀ ਕਿਤੇ ਨਾ ਜਾਓ, ਵਿਊਅਰਸ ਤੁਸੀਂ ਵੀ ਕਿਤੇ ਨਾ ਜਾਓ। ਅਫਕੋਰਸ ਜਿੱਥੇ ਸਾਡੀ ਪ੍ਰੋਬਲਮਸ ਵੱਧ ਰਹੀਆਂ ਉੱਥੇ ਟੈਕਨੋਲੋਜੀ ਰਾਹੀਂ ਸੋਲਿਊਸ਼ਨਸ ਵੀ ਵੱਧ ਰਹੇ ਹੈ, ਕ੍ਰੀਏਟਿਵ ਸੋਲਿਊਸ਼ਨਸ। ਇਹਨਾਂ ਦੇ ਬਾਰੇ ਗੱਲ ਕਰਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਜਦੋਂ ਪੰਜਾਬ ਦੇ ਵਿੱਚ ਲਹਿਰ ਸ਼ੁਰੂ ਹੋਈ ਸੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ, ਕਿਸਾਨ ਮੋਰਚੇ ਨੂੰ ਲੈ ਕੇ, ਇੱਕ ਬਹੁਤ ਵਧੀਆ ਟੈਗਲਾਈਨ ਉਹ ਤੋਂ ਨਿਕਲੀ ਸੀ, ਇਫ ਯੂ ਏਟ ਟੁਡੇ ਥੈਂਕ ਅ ਫਾਰਮਰ। ਅਗਰ ਅੱਜ ਤੁਸੀਂ ਖਾਣ ਪੀਣ ਦਾ ਆਨੰਦ ਲਿੱਤਾ ਹੈ, ਕਿਸੇ ਕਿਸਾਨ ਨੂੰ ਧੰਨਵਾਦ ਜ਼ਰੂਰ ਕਰਿਓ।
ਬਟ ਅੱਜ ਦੀ ਡੇਟ ਦੇ ਵਿੱਚ ਉਹੀ ਕਿਸਾਨ ਤੇ ਉਹੀ ਮੀਲ, ਉਹ ਖਾਣ ਪੀਣ ਦਾ ਜੋ ਬੰਦੋਬਸਤ ਹੈਗਾ, ਉਹਦੇ ਉੱਤੇ ਇੱਕ ਬਹੁਤ ਵੱਡਾ ਖਤਰਾ ਪੂਰੀ ਦੁਨੀਆ ਦੇ ਵਿੱਚ ਮਹਿਸੂਸ ਹੋ ਰਿਹਾ ਹੈ। ਗਰੀਬ ਅਮੀਰ ਸਾਰੀ ਥਾਵਾਂ ਤੇ ਇਹ ਚੀਜ਼ ਮਹਿਸੂਸ ਹੋ ਰਹੀ ਹੈ। ਲੇਕਿਨ ਕਈ ਲੋਕ ਇਹੋ ਜਿਹੇ ਹਨ ਜਿਨ੍ਹਾਂ ਦੇ ਕੋਲ ਇੱਕ ਅਸੀਂ ਕਹਿ ਸਕਦੇ ਹਾਂ ਫਾਰਵਰਡ ਥਿੰਕਿੰਗ, ਇੱਕ ਇਨਸਾਈਟ ਹੈ, ਜਿਹਦੇ ਬਲਬੂਤੇ ਉੱਤੇ ਉਹ ਇਹੋ ਜਿਹੇ ਫੈਸਲੇ ਲੈ ਰਹੇ, ਭਾਵੇਂ ਉਹ ਬਿਲ ਗੇਟਸ ਹੋਣ, ਵੱਡੇ ਮੁਲਕ ਹੋਣ। ਫੂਡ ਸਿਕਿਉਰਿਟੀ ਦੇ ਨਾਲ ਜੁੜੀ ਹੋਈ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਫੈਸਲੇ ਲਿੱਤੇ ਜਾ ਰਹੇ ਹੈ। ਇਨ ਚੀਜ਼ਾਂ ਨੂੰ ਡਿਸਕਸ ਕਰਨ ਲਈ ਸਾਡੇ ਨਾਲ ਜੁੜੇ ਹਨ ਐਸੋਸੀਏਟ ਪ੍ਰੋਫੈਸਰ ਗੁਰੀਤ ਬਰਾੜ ਜੀ। ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ। ਕਿੰਨੀ ਇੰਟਰਸਟਿੰਗ ਗੱਲ ਅਸੀਂ ਕਰ ਰਹੇ ਸੀ ਬਿਲ ਗੇਟਸ ਦੇ ਇਸ ਜੋ ਰੀਸੈਂਟ ਪਬਲਿਕਲੀ ਰਿਲੀਜ਼ ਹੋਈ ਇਨਫੋਰਮੇਸ਼ਨ ਹੈ, ਕਿਸ ਤਰ੍ਹਾਂ ਬਿਲ ਗੇਟਸ ਸਭ ਤੋਂ ਜ਼ਿਆਦਾ ਜ਼ਮੀਨ ਹਾਸਿਲ ਕਰ ਰਹੇ ਯੂਨਾਈਟਿਡ ਸਟੇਟਸ ਦੇ ਵਿੱਚ। ਇੱਥੇ ਸਵਾਲ ਉੱਠਦਾ ਹੈ ਕਿਉਂ? ਤੁਸੀਂ ਇਹਦਾ ਬਹੁਤ ਵਧੀਆ ਸਵਾਲ ਦਿੱਤਾ ਗੁਰੀਤ ਜੀ ਬ੍ਰੇਕ ਤੋਂ ਪਹਿਲੇ ਕਿ ਉਹਨਾਂ ਦੇ ਕੋਲ ਡੇਟਾ ਦਾ ਇੰਨਾ ਐਕਸੈਸ ਹੈ ਐਂਡ ਉਹਨਾਂ ਦਾ ਡੇਟਾ ਉਹਨਾਂ ਨੂੰ ਕੁਝ ਇਹੋ ਜਿਹੀ ਚੀਜ਼ ਦੱਸਦਾ ਹੈ ਜੋ ਅਸੀਂ ਮਤਲਬ ਅੰਦਾਜ਼ਾ ਲਾ ਹੀ ਸਕਦੇ ਹਾਂ ਕਿ ਕਿਸ ਪਾਸੇ ਦੁਨੀਆ ਜਾ ਰਹੀ ਹੈ। ਬਟ ਚਲੋ ਅਗਰ ਅਸੀਂ ਡੇਟਾ ਤੇ ਟੈਕਨੋਲੋਜੀ ਦੀ ਗੱਲ ਕਰਨੀ ਹੈ, ਇੰਨੀ ਵੱਡੀ ਸਮੱਸਿਆਵਾਂ ਦੀ ਅਸੀਂ ਗੱਲ ਕਰ ਰਹੇ ਹਾਂ, ਜ਼ਰੂਰ ਟੈਕਨੋਲੋਜੀ ਦੇ ਨਾਲ ਕੁਝ ਹੱਲ ਵੀ ਅਪਣਾਏ ਜਾ ਸਕਦੇ ਆ। ਐਡਵਾਂਸ ਟੈਕਨੋਲੋਜੀ ਨੂੰ ਲੈ ਕੇ ਜਦੋਂ ਫੂਡ ਪ੍ਰੋਡਕਸ਼ਨ ਦੀ ਗੱਲ ਆਉਂਦੀ ਹੈ, ਸਰਟਨਲੀ ਦ ਸੋਲੂਸ਼ਨ ਇਜ਼ ਨਾਟ ਕਿ ਫੂਡ ਪ੍ਰੋਡਕਸ਼ਨ ਨੂੰ ਆਊਟਸੋਰਸ ਕੀਤਾ ਜਾਏ, ਰਾਈਟ? ਦੈਟਸ ਨਾਟ ਦੀ ਆਨਸਰ। ਬਟ ਅਗਰ ਅਸੀਂ ਟੈਕਨੋਲੋਜੀ ਰਾਹੀਂ ਡੋਮੈਸਟਿਕ ਫੂਡ ਪ੍ਰੋਡਕਸ਼ਨ ਨੂੰ ਹੋਰ ਮਜ਼ਬੂਤ ਕਰਨਾ ਹੋਏ, ਗੁਰੀਤ ਜੀ ਤੁਹਾਡੇ ਕੀ ਵਿਚਾਰ ਹਨ ਇਸ ਏਰੀਆ ਦੇ ਵਿੱਚ? ਜੀ ਅਸ਼ਮਿਤਾ ਜੀ, ਤੁਸੀਂ ਟੈਕਨੋਲੋਜੀ ਦੀ ਗੱਲ ਕੀਤੀ। ਦੇਖੋ, ਆਈ ਐਮ ਅ ਸਟੂਡੈਂਟ ਆਫ ਸਾਇੰਸ, ਮੈਂ ਸਾਰੀ ਉਮਰ ਸਾਇੰਸ ਦਾ ਵਿਦਿਆਰਥੀ ਰਿਹਾ, ਸੋ ਅਸੀਂ ਸਾਇੰਸ ਤੇ ਟੈਕਨੋਲੋਜੀ ਦੇ ਉੱਤੇ ਨਿਰਭਰ ਕਰਦੇ ਹਾਂ। ਮੇਰਾ ਬਹੁਤ ਤਕੜਾ ਵਿਸ਼ਵਾਸ ਹੈ ਕਿ ਅਸੀਂ ਆਪਣੇ ਜਿਹੜੇ ਸੋਲਿਊਸ਼ਨਸ ਨੇ ਉਹ ਇਸੇ ਚੀਜ਼ ਦੇ ਵਿੱਚੋਂ ਹੀ ਕੱਢਾਂਗੇ। ਉਹਦੇ ਵਿੱਚ ਪਹਿਲੀ ਤਾਂ ਗੱਲ ਆਪਾਂ ਕਰੀਏ ਪ੍ਰੋਡਕਸ਼ਨ ਟੈਕਨੋਲੋਜੀ ਦੀ। ਪ੍ਰੋਡਕਸ਼ਨ ਟੈਕਨੋਲੋਜੀ ਦੇ ਵਿੱਚ ਅਸੀਂ US ਦੇ ਵਿੱਚ ਬੈਠੇ ਹਾਂ, ਇੱਥੇ ਅਸੀਂ ਬਲੈਸਡ ਹੈਗੇ ਹਾਂ ਕਿ ਸਾਡੇ ਫਾਰਮਰਸ ਨੂੰ ਯੂਨੀਵਰਸਿਟੀਆਂ ਦੀ ਬਹੁਤ ਤਕੜੀ ਸਪੋਰਟ ਹੈ। ਸਾਡਾ ਰਿਸਰਚ ਸਿਸਟਮ ਹੈ, ਜਿਹੜਾ ਅਪਲਾਈਡ ਰਿਸਰਚ ਸਿਸਟਮ ਹੈ, ਉਹ ਬੈਸਟ ਇਨ ਦਾ ਵਰਲਡ ਹੈਗਾ। ਸੋ ਇਸ ਕਰਕੇ ਸਾਨੂੰ ਜਿਹੜੀ ਪ੍ਰੋਡਕਸ਼ਨ ਟੈਕਨੋਲੋਜੀ ਦੇ ਵਿੱਚ ਡਾਇਰੈਕਟਲੀ ਫਾਰਮਰਸ ਨੂੰ ਜਿਹੜੀ ਮਦਦ ਮਿਲਦੀ ਹੈ ਯੂਨੀਵਰਸਿਟੀ ਦੇ ਵਿੱਚੋਂ, ਉਹ ਬਹੁਤ ਆਲਾ ਦਰਜੇ ਦੀ ਹੈ। ਉਹਦੇ ਵਿੱਚ ਆਪਾਂ ਜੇ ਗੱਲ ਕਰੀਏ, ਮੈਂ ਇੱਕ ਨੁਕਤਾ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਇਹ ਵੀ ਇੱਕ ਮੁੱਦਾ ਹੈਗਾ ਕਿਸੇ ਵੱਖਰੇ ਫੁੱਲ ਬਲੋਨ ਟੌਪਿਕ ਦਾ, ਕਿ ਜਿਹੜੀ ਗੱਲਬਾਤ ਆਰਗੈਨਿਕ ਦੀ ਚੱਲ ਰਹੀ ਹੈ ਜਾਂ GMO ਦੀ ਚੱਲ ਰਹੀ ਹੈ ਜਾਂ ਪੈਸਟੀਸਾਈਡਸ ਦੀ ਗੱਲ ਹੈ, ਉਹ ਇੱਕ ਦੁਨੀਆ ਭਰ ਦੇ ਵਿੱਚ ਇਸ ਤਰੀਕੇ ਦਾ ਇੱਕ ਮੁਹਿੰਮ ਹੈ ਜਿਹਦੇ ਵਿੱਚ ਕੁਝ ਚੀਜ਼ਾਂ ਦੇ ਉੱਤੇ ਆਪਾਂ ਨੂੰ ਧਿਆਨ ਦੇਣਾ ਬਣਦਾ ਹੈ। ਕਿਉਂਕਿ ਇੱਕ ਪਾਸੇ ਸਾਡੀ ਫੂਡ ਸਿਕਿਉਰਿਟੀ ਹੈਗੀ ਹੈ। ਤੁਸੀਂ ਸ਼੍ਰੀਲੰਕਾ ਦਾ ਇਕਨੋਮਿਕ ਕ੍ਰਾਈਸਿਸ ਦੇਖਿਆ ਰੀਸੈਂਟਲੀ, ਉਹਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਰਾਤੋਂ ਰਾਤ ਜਿਹੜੀ ਕੈਮੀਕਲਸ ਤੇ ਫਰਟੀਲਾਈਜ਼ਰਸ ਨੇ ਜਿਹੜੇ ਉਹ ਬੈਨ ਕਰ ਦਿੱਤੇ। ਉਹ ਕਹਿੰਦੇ ਕਿ ਅਸੀਂ ਆਪਣਾ ਪੂਰੇ ਤਰੀਕੇ ਦੇ ਨਾਲ ਅਸੀਂ ਆਪਣੀ ਕੰਟਰੀ ਨੂੰ ਆਰਗੈਨਿਕ ਬਣਾਉਣਾ। ਸੋ ਸ਼੍ਰੀਲੰਕਾ ਵਰਗੇ ਡਿਵੈਲਪਿੰਗ ਮੁਲਕ ਵਾਸਤੇ, ਜਿਵੇਂ ਉਹ ਭਾਰਤ ਵਰਗਾ ਹੀ ਮੁਲਕ ਹੈ, ਉਹਦੇ ਵਾਸਤੇ ਇੱਦਾਂ ਦਾ ਡਰਾਸਟਿਕ ਸਟੈਪ ਰਾਤੋਂ ਰਾਤ ਇਸ ਤਰੀਕੇ ਨਾਲ ਇੱਦਾਂ ਦੇ ਸਟੈਪ ਨਹੀਂ ਲਏ ਜਾਂਦੇ। ਇਹ ਇੱਕ ਪ੍ਰੋਸੈਸ ਹੁੰਦਾ। ਤੁਸੀਂ 20 ਸਾਲ 25 ਸਾਲ 50 ਸਾਲ 100 ਸਾਲ ਦੀ ਪਾਲਿਸੀ ਬਣਾਉਂਦੇ ਹੋ ਤਾਂ ਫਿਰ ਜਾ ਕੇ ਟ੍ਰਾਂਜੀਸ਼ਨ ਕਰਦੇ ਹੋ। ਜਦੋਂ ਤੁਹਾਡੇ ਮੁਲਕ ਹੈ ਜਿਹੜਾ, ਤੁਹਾਡੀ ਐਗਰੀਕਲਚਰ ਹੈ ਉਹ ਗਰੀਬੀ ਦੇ ਨਾਲ ਘੁਲ ਰਹੀ ਹੋਵੇ, ਤੁਹਾਡੀ GDP ਹੈ ਬਹੁਤ ਥੋੜੀ ਹੋਵੇ, ਤਾਂ ਫਿਰ ਤੁਸੀਂ ਇੱਦਾਂ ਦੇ, ਮੈਂ ਕਹਿੰਦਾ ਕਿ ਲੈਵਿਸ਼ ਫੈਸਲੇ ਨਹੀਂ ਲੈ ਸਕਦੇ, ਜਿਹੜੀ ਕਿ ਰੱਜੇ ਪੁੱਜੇ ਲੋਕਾਂ ਦੀ ਖੇਡ ਮੈਂ ਕਹਿੰਦਾ ਅਕਸਰ ਯੂਰਪ ਦੇ ਵਿੱਚ ਇਹ ਚੀਜ਼ ਹੁੰਦੀ ਹੈ। ਹਾਲਾਂਕਿ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਇਹ ਗੱਲ ਉੱਠੀ ਹੈ ਕਿ ਬਹੁਤ ਸਾਰੇ ਇੱਦਾਂ ਦੇ ਮਾਡਲ ਫਾਰਮਸ ਨੇ ਕਿ ਜੁਡੀਸ਼ੀਅਸ ਯੂਜ਼ ਆਫ ਪੈਸਟੀਸਾਈਡਸ, ਇੱਕ ਸ਼ਬਦ ਹੈ ਜੀ, IPM ਗ੍ਰੇਡ, ਇੰਟੈਗ੍ਰੇਟਿਡ ਪੈਸਟ ਮੈਨੇਜਮੈਂਟ। ਸੋ ਬਹੁਤ ਸਾਰੀਆਂ ਇੱਦਾਂ ਦੀਆਂ ਟੈਕਨੋਲੋਜੀਜ਼ ਨੇ ਜਿਹੜੀਆਂ ਸਾਨੂੰ, ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇਕਰ ਸਾਨੂੰ ਬੁਖਾਰ ਹੋਇਆ ਤੇ ਅਸੀਂ ਦੂਸਰੀ ਦਵਾਈ ਨਹੀਂ ਲੈਣੀ ਤੇ ਰਾਤੋਂ ਰਾਤ ਜੜੀ ਬੂਟੀਆਂ ਖਾ ਕੇ ਅਸੀਂ ਠੀਕ ਹੋ ਜਾਵਾਂਗੇ। ਉਹ ਪ੍ਰੋਸੈਸ ਹੁੰਦਾ, ਹੌਲੀ ਹੌਲੀ ਆਪਾਂ ਨੂੰ ਆਪਣੀ ਬਾਡੀ ਨੂੰ ਆਦਤ ਪਾਉਣੀ ਪੈਂਦੀ ਹੈ ਕਿ ਅਸੀਂ ਹੌਲੀ ਹੌਲੀ ਜੜੀ ਬੂਟੀਆਂ ਤੱਕ ਕਿੱਦਾਂ ਪਹੁੰਚਣਾ। ਸੋ ਇੱਕ ਤਾਂ ਸਭ ਤੋਂ ਵੱਡੀ ਚੀਜ਼ ਟੈਕਨੋਲੋਜੀਕਲ ਉਹ ਚੀਜ਼ ਹੈਗੀ ਹੈ ਕਿ ਅਸੀਂ ਇਕੱਲੀ ਆਰਗੈਨਿਕ ਜਾਂ ਨੈਚੁਰਲ ਪ੍ਰੋਡਕਸ਼ਨ ਦੇ ਆਧਾਰ ਦੇ ਉੱਤੇ ਇਹਦੀ ਵੱਡੀ ਫੂਡ ਸਿਕਿਉਰਿਟੀ 9 ਬਿਲੀਅਨ ਲੋਕ ਹੋਣ ਜਾ ਰਹੇ ਨੇ ਛੇਤੀ ਹੀ ਪਲੈਨਟ ਦੇ ਉੱਤੇ, ਉਹਦਾ ਅਸੀਂ ਜੁਮਾ ਨਹੀਂ ਚੁੱਕ ਸਕਦੇ। ਸਾਨੂੰ ਉਹਨਾਂ ਤੌਰ ਤਰੀਕਿਆਂ ਵੱਲ ਵਰਤਣਾ ਪੈਣਾ ਕਿ ਜਿੱਥੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਅਸੀਂ ਕੈਮੀਕਲਸ ਨੂੰ ਵਰਤੀਏ, ਜਿੰਨੀ ਲੋੜ ਹੈ ਉਨੀ ਮਿਕਦਾਰ ਦੇ ਵਿੱਚ ਹੀ ਵਰਤੀ। ਜਿੱਦਾਂ ਡਾਕਟਰ ਸਾਨੂੰ ਪ੍ਰੈਸਕ੍ਰਿਪਸ਼ਨ ਬਣਾ ਕੇ ਦਿੰਦਾ ਕਿ ਇੱਕ ਗੋਲੀ ਸੁਬਾਹ ਖਾਓ, ਇੱਕ ਗੋਲੀ ਸ਼ਾਮ ਨੂੰ ਖਾਓ, ਅਸੀਂ ਸਾਰੀਆਂ ਗੋਲੀਆਂ ਇੱਕੋ ਵਾਰ ਨਹੀਂ ਖਾਂਦੇ ਔਰ ਆਪਣੀ ਬਾਡੀ ਠੀਕ ਹੋ ਜਾਂਦੀ ਹੈ। ਸੋ ਇਸੇ ਤਰੀਕੇ ਦੇ ਨਾਲ ਇੱਕ ਤਾਂ ਪ੍ਰੋਡਕਸ਼ਨ ਟੈਕਨੋਲੋਜੀਜ਼ ਦੇ ਵਿੱਚ ਸਾਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ। ਜਿਹੜੀ ਕੰਟਰੋਲਡ ਯੂਜ਼ ਆਫ ਜੁਡੀਸ਼ੀਅਸ ਯੂਜ਼ ਆਫ ਪੈਸਟੀਸਾਈਡ, ਨਾ ਕਿ ਆਪਾਂ ਇਹ ਕਹੀਏ ਕਿ ਅਸੀਂ
ਟੋਟਲੀ ਐਲੀਮੀਨੇਟ ਹੀ ਕਰ ਦਈਏ ਕੋਈ ਕੈਮੀਕਲਸ ਤੇ ਇੱਕੋ ਦਮ ਰਾਤੋਂ ਰਾਤ ਅਸੀਂ ਉਹ ਚੀਜ਼ ਕਰ ਦਾਂਗੇ, ਸਗੋਂ ਉਹਦੇ ਨਾਲ ਹੋਰ ਇਨਸਿਕਿਉਰਿਟੀਜ਼ ਪੈਦਾ ਹੋਣਗੀਆਂ ਜੀ। ਇੱਕ ਤਾਂ ਜਿਹੜਾ ਸਭ ਤੋਂ ਵੱਡਾ ਟੈਕਨੋਲੋਜੀ ਦਾ ਪੁਆਇੰਟ ਇਹ ਹੈ ਜੀ। ਦੂਸਰੀ ਗੱਲ ਹੈ ਜਿਹੜੀ ਟੈਕਨੋਲੋਜੀ ਦੇ ਵਿੱਚ ਨਵੀਆਂ ਕ੍ਰੌਪਸ ਜਿਹੜੀਆਂ ਬਰੀਡਿੰਗ ਦੇ ਵਿੱਚ ਕਲਾਈਮੇਟ ਚੇਂਜ ਨੂੰ ਰੈਜ਼ਿਲੀਐਂਟ ਕ੍ਰੌਪਸ ਯੂਨੀਵਰਸਿਟੀਜ਼ ਡਿਵੈਲਪ ਕਰ ਰਹੀਆਂ ਨੇ। ਅਰਬਨ ਫਾਰਮਿੰਗ ਸਿਸਟਮਸ ਦੇ ਵਿੱਚ ਮੈਂ ਜਿਹੜੀ ਕਲਾਈਮੇਟ ਚੇਂਜ ਨੂੰ ਰੈਜ਼ਿਲੀਐਂਟ ਦਾ ਭਾਵ ਇਹ ਹੈ ਕਿ ਉਹ ਉੱਦਾਂ ਦੀਆਂ ਸਬਜ਼ੀਆਂ ਦੀਆਂ ਵੈਰਾਈਟੀਜ਼, ਉੱਦਾਂ ਦੀਆਂ ਫਲਾਂ ਦੀਆਂ ਵੈਰਾਈਟੀਜ਼ ਜਿਹੜੀ ਜ਼ਿਆਦਾ ਤਾਪਮਾਨ ਨੂੰ ਹੁਣ ਝੱਲ ਸਕਦੇ ਆ, ਜਾਂ ਉਹਨਾਂ ਥਾਵਾਂ ਦੇ ਉੱਤੇ ਹੋ ਸਕਦਾ ਜਿਨ੍ਹਾਂ ਥਾਵਾਂ ਦੇ ਉੱਤੇ ਜਿਹੜੀਆਂ ਪੁਰਾਣੀਆਂ ਫਸਲਾਂ ਹੁਣ ਨਹੀਂ ਹੋ ਰਹੀਆਂ ਕਿਉਂਕਿ ਤਾਪਮਾਨ ਵੱਧ ਨੇ। ਸੋ ਇੱਕ ਤਾਂ ਚੀਜ਼ ਇਹ ਹੈ। ਇੱਕ ਚੀਜ਼ ਇਹ ਹੈ ਕਿ ਹੁਣੀ ਮੈਂ ਸਾਡੀ ਹਾਰਟੀਕਲਚਰ ਦੀ ਨੈਸ਼ਨਲ ਕਾਂਗਰਸ ਦੇ ਵਿੱਚ ਦੇਖਿਆ ਕਿ ਬਹੁਤ ਸਾਰੇ ਬਰੀਡਿੰਗ ਪ੍ਰੋਗਰਾਮਸ, ਬਹੁਤ ਸਾਰੀਆਂ ਵੈਰਾਈਟੀਜ਼ ਇੱਦਾਂ ਦੀਆਂ ਆ ਰਹੀਆਂ ਨੇ ਕਿ ਅਰਬਨ ਫੂਡ ਸਿਸਟਮਸ ਨੂੰ ਇੱਦਾਂ ਦੀਆਂ ਕੰਪਨੀਜ਼ ਨੇ ਜਿਹੜੀਆਂ ਗਰਾਜਸ ਦੇ ਵਿੱਚ ਜਾਂ ਵੇਅਰ ਹਾਊਸਿਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਡਕਸ਼ਨ ਕਰ ਰਹੀਆਂ। ਸੋ ਉੱਦਾਂ ਦੀਆਂ ਵੈਰਾਈਟੀਜ਼, ਛੋਟੇ ਆਕਾਰ ਦੇ ਬੂਟੇ, ਵੱਖਰੇ ਤਰ੍ਹਾਂ ਦੇ ਫਲ, ਵੱਖਰੀ ਤਰ੍ਹਾਂ ਦੀਆਂ ਸਬਜ਼ੀਆਂ ਇਨਡੋਰ ਗਰੋਇੰਗ ਸਿਸਟਮਸ ਦੇ ਵਿੱਚ ਅਸੀਂ ਉਗਾ ਰਹੇ ਹਾਂ। ਅਗਲੀ ਰੈਵੋਲੂਸ਼ਨ ਹੈ ਜਿਹੜੀ ਉਹ ਇਨਡੋਰ ਗਰੋਇੰਗ ਸਿਸਟਮ ਦੇ ਵਿੱਚ ਵੀ ਆ ਸਕਦੀ ਹੈ, ਜਿਹੜੀ ਮੈਂ ਸਮਝਦਾ ਹਾਂ ਕਿ ਸਾਡੀ ਜਿਹੜੀ ਆਊਟਡੋਰ ਗਰੋਇੰਗ ਸਿਸਟਮਸ ਦੇ ਬਰਾਬਰ ਦੀ ਫੂਡ ਪ੍ਰੋਡਕਸ਼ਨ ਹੈ ਜਿਹੜੀ, ਕਿਉਂਕਿ ਉਹ ਸਰਦੀਆਂ ਦੇ ਵਿੱਚ ਵੀ ਹੋ ਸਕਦੀ ਹੈ। ਸੋ ਇਸ ਤਰੀਕੇ ਦੇ ਨਾਲ ਅਸੀਂ ਪੈਦਾ ਕਰ ਸਕਦੇ ਹਾਂ। ਸੋ ਇਦਾਂ ਦੀਆਂ ਟੈਕਨੋਲੋਜੀਕਲ ਐਡਵਾਂਸਮੈਂਟਸ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਦੇ ਉੱਤੇ ਅਸੀਂ ਰਿਲਾਈ ਕਰ ਸਕਦੇ। ਗੁਰੀ ਜੀ, ਸਾਨੂੰ ਇਹ ਵੀ ਜ਼ਰੂਰ ਤੁਸੀਂ ਥੋੜ੍ਹਾ ਜਿਹਾ ਦੱਸੋ ਕਿ ਜਿੱਥੇ ਫੂਡ ਪ੍ਰੋਡਕਸ਼ਨ ਦੇ ਨਾਲ ਡਾਇਰੈਕਟਲੀ ਜੁੜੀਆਂ ਹੋਈਆਂ ਟੈਕਨੋਲੋਜੀਜ਼, ਭਾਵੇਂ ਉਹ ਪੈਸਟੀਸਾਈਡ ਰਾਹੀਂ ਹੋਵੇ ਜਾਂ ਕਲਾਈਮੇਟ ਚੇਂਜ ਰੈਜ਼ਿਸਟੈਂਟ ਕ੍ਰੌਪਸ ਰਾਹੀਂ ਹੋਏ, ਉਹਦੀ ਬਹੁਤ ਲੋੜ ਹੈਗੀ। ਦੀ ਐਕਚੁਅਲ ਟੈਕਨੋਲੋਜੀਜ਼ ਜੋ ਕਿ ਫੂਡ ਪ੍ਰੋਡਕਸ਼ਨ ਨੂੰ ਸੇਫਗਾਰਡ ਕਰ ਸਕਦੀਆਂ ਜਾਂ ਹੋਰ ਇਸ ਬਦਲਦੇ ਕਲਾਈਮੇਟ ਦੇ ਵਿੱਚ ਰੈਜ਼ਿਲੀਐਂਟ ਬਣਾ ਸਕਦੀਆਂ, ਫॉर ਐਗਜ਼ਾਮਪਲ ਰੀਨਿਊਏਬਲ ਐਨਰਜੀਜ਼, ਰਾਈਟ, ਇਹਨਾਂ ਦਾ ਕੀ ਰੋਲ ਅਸੀਂ ਵੇਖ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ as far as food production is concerned? I know ਕੈਲੀਫੋਰਨੀਆ ਦੇ ਵਿੱਚ ਇਸ ਚੀਜ਼ ਦੀ ਬਹੁਤ ਵੱਡੀ ਮੁਹਿੰਮ ਚੱਲ ਰਹੀ ਹੈ, ਭਾਵੇਂ ਉਹ ਸੋਲਰ ਹੋਵੇ, ਵਿੰਡ ਹੋਵੇ। How can these kind of renewable energies play a role, ਖਾਸ ਕਰਕੇ ਹੁਣ ਜਦੋਂ ਸਰਕਾਰ ਵੱਲੋਂ ਵੀ ਫੰਡਸ ਐਲੋਕੇਟ ਕੀਤੇ ਗਏ ਹੈ ਇਸ ਨਵੇਂ ਬਿੱਲ ਨੂੰ ਲੈ ਕੇ ਕਲਾਈਮੇਟ ਚੇਂਜ ਨੂੰ ਕੰਬੈਟ ਕਰਨ ਲਈ, ਜਿਹਦੇ ਵਿੱਚ ਖਾਸ ਕਰਕੇ ਸੋਲਰ ਐਂਡ ਇਹੋ ਜਿਹੀ ਰੀਨਿਊਏਬਲ ਐਨਰਜੀਜ਼ ਦੇ ਲਈ ਫੰਡਿੰਗ ਅਲਾਟ ਕੀਤੀ ਗਈ ਹੈ। ਇਹਨਾਂ ਦਾ ਕੀ ਰੋਲ ਹੋ ਸਕਦਾ ਹੈ ਵਾਂਸ ਅਗੇਨ ਫੂਡ ਪ੍ਰੋਡਕਸ਼ਨ ਨੂੰ ਹੋਰ ਵਧਾਉਣ ਲਈ ਜਾਂ ਸੇਫਗਾਰਡ ਕਰਨ ਲਈ ਇਸ ਬਦਲਦੇ ਹੋਏ ਕਲਾਈਮੇਟ ਦੇ ਵਿੱਚ? ਜੀ, ਤੁਸੀਂ ਰੀਨਿਊਏਬਲ ਸੋਰਸਸ ਦੀ ਗੱਲ ਕੀਤੀ। ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਔਨ ਫਾਰਮ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਰਨ ਕਰਨ ਦੇ ਲਈ ਰੀਨਿਊਏਬਲ ਸੋਰਸਸ ਵੱਲ ਨੂੰ ਜਾਵਾਂਗੇ ਤਾਂ ਉਹਦੇ ਨਾਲ ਜਿਹੜੀ ਸਾਡੀ ਹਾਈਡਰੋ ਇਲੈਕਟ੍ਰਿਕ ਬਿਜਲੀ ਹੈ, ਪਹਿਲੀ ਤਾਂ ਗੱਲ ਅਸੀਂ ਉਹ ਬਚਾਵਾਂਗੇ। ਅਸੀਂ ਆਪਣੇ ਜਲ ਸਰੋਤਾਂ ਤੇ ਹੋਰ ਸਰੋਤਾਂ ਤੇ ਵਸੀਲਿਆਂ ਦੇ ਉੱਤੇ ਬੋਝ ਘਟਾਉਣ ਦੇ ਵਿੱਚ ਕਾਮਯਾਬ ਹੋਵਾਂਗੇ। ਦੂਸਰੀ ਗੱਲ ਇਹ ਹੈ ਕਿ ਜਿਹੜੀ ਐਨਰਜੀ ਸਾਨੂੰ ਅਸੀਂ ਰੀਨਿਊਏਬਲ ਸੋਰਸਸ ਤੋਂ ਪੈਦਾ ਕਰ ਸਕਦੇ ਹਾਂ, ਉਸ ਐਨਰਜੀ ਨੂੰ ਜਾਂ ਜਿਹੜੀ ਐਨਰਜੀ ਅਸੀਂ ਉਹ ਸੋਰਸ ਯੂਜ਼ ਕਰਕੇ ਬਚਾਈ ਹੈ ਹੋਰਨਾਂ ਸਰੋਤਾਂ ਤੋਂ, ਉਹ ਅਸੀਂ ਜਿਹੜੇ ਦੂਸਰੇ ਸਾਡੇ ਪ੍ਰੋਡਕਸ਼ਨ ਸਿਸਟਮਸ ਨੇ, ਇਨਡੋਰ ਪ੍ਰੋਡਕਸ਼ਨ ਸਿਸਟਮਸ ਨੇ, ਉਹਨਾਂ ਨੂੰ ਅਸੀਂ ਵੱਡੇ ਪੱਧਰ ਦੇ ਉੱਤੇ ਲਾਗੂ ਕਰਨ ਦੇ ਵਿੱਚ ਉਸ ਐਨਰਜੀ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਜੀ। ਸੋ ਰੀਨਿਊਏਬਲ ਐਨਰਜੀ ਦਾ ਤਾਂ ਕੰਮ ਹਾਲੇ ਸ਼ੁਰੂ ਹੀ ਹੋਇਆ ਹੈ। ਇਹਨੇ ਤਾਂ ਬਹੁਤ ਤਕੜੀਆਂ ਰੈਵੋਲੂਸ਼ਨਸ, ਰੋਬੋਟਿਕਸ ਹੈ ਜਿਹੜੀ ਐਗਰੀਕਲਚਰ ਦੇ ਵਿੱਚ, ਆਟੋਮੇਟਿਡ ਰੋਬੋਟਸ ਨੇ ਜਿਹੜੇ, ਉਹ ਵੀ ਆਪਣੇ ਆਪ ਚੱਲ ਸਕਦੇ ਨੇ ਸੋਲਰ ਪਾਵਰਡ ਜਾਂ ਹੋਰ ਤਰੀਕਿਆਂ ਦੇ ਨਾਲ। ਸੋ ਉਹਦੇ ਨਾਲ ਇੱਕ ਟੈਕਨੋਲੋਜੀਕਲ ਰੈਵੋਲੂਸ਼ਨ ਜਿਹੜੀ ਆਉਣ ਵਾਲੀ ਹਾਲੇ ਬਾਕੀ ਹੈ ਐਗਰੀਕਲਚਰ ਦੇ ਵਿੱਚ। ਜਿਹੜੀ ਦੂਸਰੀ ਟੈਕਨੋਲੋਜੀ ਦੀ ਗੱਲ ਕਰੀਏ, ਮੈਂ ਪਹਿਲਾਂ ਜ਼ਿਕਰ ਕੀਤਾ ਸੀ ਜਿਵੇਂ ਸਾਈਬਰ ਸਿਕਿਉਰਿਟੀ ਅਟੈਕਸ ਦੀ, ਉਹਦੇ ਵਿੱਚ ਵੀ ਬਹੁਤ ਵੱਡੀ ਟੈਕਨੋਲੋਜੀਕਲ ਐਡਵਾਂਸਮੈਂਟ ਦੀ ਲੋੜ ਹੈ, ਕਿਉਂਕਿ ਸਾਨੂੰ ਪਿਛਲੇ ਸਾਲ ਦੇ ਅਟੈਕ ਤੋਂ ਇਹ ਸਮਝ ਆਇਆ ਕਿ ਸਾਡੇ ਜਿਹੜੇ ਫੂਡ ਸਿਸਟਮਸ ਨੇ, ਉਹਨਾਂ ਨੂੰ ਡਿਸਟਰੀਬਿਊਸ਼ਨ ਕਹਿ ਲਓ ਜਾਂ ਪ੍ਰੋਸੈਸਿੰਗਸ ਨੇ, ਉਹਨਾਂ ਦਾ ਹਾਲੇ ਤੱਕ ਟੈਕਨੋਲੋਜੀਕਲੀ ਅਸੀਂ ਇੰਨੇ ਰੈਜ਼ਿਲੀਐਂਟ ਨਹੀਂ ਹੋਏ ਕਿ ਸਾਈਬਰ ਅਟੈਕਸ ਤੋਂ। ਸੋ ਉਹਦੇ ਵਿੱਚ ਵੀ ਇੱਕ ਰੀਵੈਂਪ ਕਰਨ ਦੀ ਲੋੜ ਹੈਗੀ ਹੈ ਸਾਡੇ ਸਾਈਬਰ ਸਿਕਿਉਰਿਟੀ ਸਿਸਟਮਸ ਨੂੰ, ਤਾਂ ਕਿ ਜਿਹੜੀ ਸਾਡੀ ਫੂਡ ਸਿਕਿਉਰਿਟੀ ਹੈ, ਜਿਹੜੀ ਇੱਕ ਵਾਰੀ ਫੂਡ ਅਸੀਂ ਪੈਦਾ ਕਰ ਲਿਆ, ਉਹਦੀ ਡਿਸਟ੍ਰੀਬਿਊਸ਼ਨ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਬਣਾਉਣਾ ਤੇ ਰਿਲਾਇਬਲ ਬਣਾਉਣਾ। ਦੂਸਰੀ ਗੱਲ ਉਹਦੇ ਨਾਲ ਇੱਕ ਇਹ ਹੈ ਕਿ ਟੈਕਨੋਲੋਜੀ ਇਸ ਚੀਜ਼ ਦੇ ਵਿੱਚ ਵੀ ਬੜੀ ਮਦਦ ਕਰਦੀ ਹੈ ਕਿ ਤੁਸੀਂ ਫੂਡ ਲਾਸਿਸ ਨੂੰ ਘਟਾਉਣਾ। ਫੂਡ ਲਾਸਿਸ ਗਲੋਬਲ ਲੈਵਲ ਦੇ ਉੱਤੇ ਆਪਣੇ ਆਪ ਦੇ ਵਿੱਚ ਹੀ ਬਹੁਤ ਜ਼ਿਆਦਾ ਸਮੱਸਿਆ ਬਣ ਚੁੱਕੀ ਹੈ। ਜੇਕਰ ਅਸੀਂ ਆਪਣੇ ਫੂਡ ਲਾਸਿਸ ਆ ਜਿਹੜੇ ਡਿਪੈਂਡਿੰਗ ਔਨ ਵੇਸਟੇਜ ਹੁੰਦੀ ਹੈ ਖਾਣ ਪੀਣ ਦੀ, ਹਾਂਜੀ, ਜਿਹੜੀ ਵੇਸਟੇਜ ਹੈਗੀ ਹੈ 25 ਤੋਂ 30% ਵੇਸਟੇਜ ਜਿਹੜੀ ਉਹ ਅਕਸਰ ਹੋ ਜਾਂਦੀ ਹੈ ਜੀ, ਡਿਪੈਂਡਿੰਗ ਔਨ ਤੁਸੀਂ ਕਿੱਥੇ ਦੀ ਗੱਲ ਕਰ ਰਹੇ ਹੋ। ਸੋ ਉਹ ਜੇ ਅਸੀਂ ਵੇਸਟੇਜ ਨੂੰ ਹੀ ਬਚਾ ਲੈਂਦੇ ਆ ਟੈਕਨੋਲੋਜੀਕਲ ਐਡਵਾਂਸਮੈਂਟਸ ਦੇ ਨਾਲ, ਉਹਨੂੰ ਪ੍ਰੋਸੈਸਿੰਗ ਦੇ ਨਾਲ ਜਾਂ ਡਿਫਰੈਂਟ ਪ੍ਰੋਡਕਟਸ ਦੇ ਨਾਲ ਜਾਂ ਉਹਦੀ ਸਟੋਰੇਜ ਦੇ ਨਾਲ,
ਤਾਂ ਉਸ ਵੇਸਟੇਜ ਨੂੰ ਬਚਾਉਣ ਦੇ ਨਾਲ ਹੀ ਅਸੀਂ ਆਪਣੀ ਫੂਡ ਪ੍ਰੋਡਕਸ਼ਨ ਦੇ ਵਿੱਚ ਇੱਕ ਤਰੀਕੇ ਨਾਲ ਵਾਧਾ ਕਰਦੇ ਹੋਵਾਂਗੇ ਜੀ। ਗੁਰੀਤ ਜੀ, ਯੂ ਨੋ ਆਈ ਅੱਜ ਦੇ ਇਸ ਮੁੱਦੇ ਦੇ ਵਿੱਚ ਕਾਫੀ ਚੀਜ਼ਾਂ ਕਨੈਕਟਡ ਹਨ, ਸੋ ਆਈ ਡੂ ਵਾਂਟ ਟੂ ਇੱਕ ਵਾਰੀ ਫਿਰ ਮੈਂ ਇਸ ਚੀਜ਼ ਨੂੰ ਦੁਹਰਾਉਣਾ ਚਾਹੁੰਦੀ ਹਾਂ ਵਿਊਅਰਸ ਲਈ। ਅਸੀਂ ਆਪਣੇ ਇੱਕ ਪਿਛਲੇ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਪਾਣੀ ਦੇ ਮੁੱਦੇ ਨੂੰ ਲੈ ਕੇ ਡਿਸਕਸ਼ਨ ਕੀਤੀ ਸੀ, ਉਹਦੇ ਵਿੱਚ ਇਨਫਰਾਸਟਰਕਚਰ ਤੇ ਇਲੈਕਟ੍ਰਿਸਿਟੀ ਜੋ ਗ੍ਰਿਡ ਹੈਗਾ ਉਹਦੇ ਉੱਤੇ ਜੋ ਇਸ ਵੇਲੇ ਪ੍ਰੈਸ਼ਰ ਪੈ ਰਿਹਾ ਹੈ ਬਦਲਦੇ ਹੋਏ ਕਲਾਈਮੇਟ ਕਰਕੇ, ਪਾਣੀ ਦੀ ਕਮੀ ਕਰਕੇ, ਉਹਦੇ ਬਾਰੇ ਥੋੜ੍ਹਾ ਜਿਹਾ ਜ਼ਿਕਰ ਐਕਚੁਅਲੀ ਇਨ ਡੈਪਥ ਗੱਲ ਕੀਤੀ ਸੀ। ਹੁਣ ਮੈਂ ਥੋੜ੍ਹਾ ਜਿਹਾ ਇੱਕ ਵਾਰੀ ਫਿਰ ਇਹਦਾ ਜ਼ਿਕਰ ਕਰਨਾ ਚਾਹੁੰਦੀ ਹਾਂ, ਇਨ ਦ ਸੈਂਸ ਦੈਟ ਅਸੀਂ ਰਿਨਿਊਏਬਲ ਐਨਰਜੀਜ਼ ਦੀ ਗੱਲ ਕਰ ਰਹੇ ਹਾਂ, ਰਾਈਟ। ਐਂਡ ਕੈਲੀਫੋਰਨੀਆ ਦੇ ਵਿੱਚ ਵਾਂਸ ਅਗੇਨ ਇਨ ਚੀਜ਼ਾਂ ਨੂੰ ਲੈ ਕੇ ਬਹੁਤ ਇੱਕ ਵੱਡੀ ਯੂ ਨੋ ਮੂਵਮੈਂਟ ਚੱਲ ਰਹੀ ਹੈ ਫੋਰ ਯੂ ਨੋ ਗੁੱਡ ਰੀਜ਼ਨ, ਰਾਈਟ। ਅਗਰ ਅਸੀਂ ਇਨ ਟੈਕਨੋਲੋਜੀਜ਼ ਨੂੰ ਅਪਣਾਉਂਦੇ ਹਾਂ, ਇਹਦੇ ਨਾਲ ਜੋ ਪ੍ਰੈਸ਼ਰ ਪੈ ਰਿਹਾ ਹੈ ਇਨਫਰਾਸਟਰਕਚਰ ਉੱਤੇ, ਭਾਵੇਂ ਉਹ ਅਰਬਨ ਇਨਫਰਾਸਟਰਕਚਰ ਹੋਵੇ ਜਾਂ ਜਿਸ ਤਰ੍ਹਾਂ ਖੇਤੀਬਾੜੀ, ਐਗਰੀਕਲਚਰ, ਫੂਡ ਪ੍ਰੋਡਕਸ਼ਨ ਦਾ ਇਨਫਰਾਸਟਰਕਚਰ ਹੋਵੇ, ਉਹਦੇ ਬਾਰੇ ਵੀ ਮੈਂ ਤੁਹਾਡੇ ਤੋਂ ਕਮੈਂਟ ਲੈਣਾ ਚਾਹਾਂਗੀ। ਬਿਕੋਜ਼ ਵਾਂਸ ਅਗੇਨ ਯੂ ਨੋ ਜੋ ਅਰਬਨ ਡੇ ਟੂ ਡੇ ਲਾਈਫ ਸਟਾਈਲਸ ਹਨ, ਉਹਦੇ ਨਾਲ ਜੋ ਸਾਡੇ ਜੁੜੇ ਹੋਏ ਦਰਸ਼ਕ ਹਨ, ਉਹਨਾਂ ਲਈ ਵੀ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਇਸ ਪਾਸੇ ਇੱਕ ਓਪਨ ਮਾਈਂਡ ਰੱਖਣਾ ਪੈਣਾ ਹੈ ਦੈਟ ਇਹ ਟੈਕਨੋਲੋਜੀਜ਼ ਨਾ ਕਿ ਸਿਰਫ ਤੁਹਾਡੇ ਖਾਣ ਪੀਣ ਨੂੰ ਅਫੈਕਟ ਕਰਦੀਆਂ, ਤੁਹਾਡੀ ਡੇ ਟੂ ਡੇ ਕੁਆਲਿਟੀ ਆਫ ਲਾਈਫ ਨੂੰ ਵੀ ਅਫੈਕਟ ਕਰਦੀਆਂ। ਵੀ ਸ਼ੁੱਡ ਬੀ ਐਮਬਰੇਸਿੰਗ ਦੈਮ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ, ਟੈਕਨੋਲੋਜੀ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਪਹਿਲਾਂ ਤਾਂ ਫੈਮਿਲੀ ਫਾਰਮ ਦੀ ਗੱਲ ਕੀਤੀ। ਮੈਂ ਨਿੱਜੀ ਤੌਰ ਦੇ ਉੱਤੇ ਇਹ ਮਹਿਸੂਸ ਕਰਦਾ ਕਿ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕਿ ਖੇਤੀਬਾੜੀ ਦੇ ਵਿੱਚ ਅਗਲੀ ਜਨਰੇਸ਼ਨ ਘਟਦੀ ਜਾ ਰਹੀ ਹੈ। USDA ਦਾ ਡਾਟਾ ਵੀ ਇਹ ਕਹਿੰਦਾ ਕਿ ਤਕਰੀਬਨ ਤੀਜਾ ਹਿੱਸਾ ਜਿਹੜੇ ਫੈਮਿਲੀ ਫਾਰਮਸ ਨੇ, ਤੀਜਾ ਹਿੱਸਾ ਫਾਰਮਸ ਇਹੋ ਜਿਹੇ ਨੇ ਜਿਨ੍ਹਾਂ ਦੀ ਕੋਈ ਸਕਸੈਸ਼ਨ ਪਲਾਨ ਨਹੀਂ ਹੈ, ਕਿਉਂਕਿ ਉਹ ਬੱਚੇ ਕਹਿੰਦੇ ਆ ਕਿ ਅਸੀਂ ਇਹ ਕੰਮ ਨਹੀਂ ਕਰਨਾ, ਅਸੀਂ ਸ਼ਹਿਰ ਵੱਲ ਨੂੰ ਮੂਵ ਹੋਣਾ। ਸੋ ਉਹ ਜਿਹੜੇ ਤੀਜਾ ਹਿੱਸਾ ਫਾਰਮਸ ਨੇ, ਉਹਨਾਂ ਕੋਲੇ ਅੱਗੇ ਦੀ ਕੋਈ ਪਲਾਨ ਨਹੀਂ ਹੈ ਕਿ ਉਹ ਫਾਰਮ ਕਿਹਦੇ ਹੱਥਾਂ 'ਚ ਜਾਣਗੇ। ਸੋ ਇਵੈਂਚੁਅਲੀ ਜ਼ਾਹਰ ਹੈ ਕਿ ਉਹ ਫਾਰਮ ਬੰਦ ਹੋਣਗੇ ਜਾਂ ਉਹ ਕਿਸੇ ਕਾਰਪੋਰੇਸ਼ਨਸ ਵੱਲੋਂ ਜਾਣਗੇ ਜਾਂ ਉਹ ਆਊਟ ਆਫ ਬਿਜ਼ਨਸ ਜਾਣਗੇ। ਸੋ ਇੱਕ ਤਾਂ ਇਹ ਹੈ ਕਿ ਉਹ ਜਿਹੜੀ ਅਰਬਨ ਲਾਈਫ ਹੈ, ਅਰਬਨ ਲਾਈਫ ਨੂੰ ਕਿਸ ਤਰੀਕੇ ਨਾਲ ਆਪਾਂ ਗਲੈਮਰਾਈਜ਼ ਕਰਦੇ ਹਾਂ ਤੇ ਫਾਰਮਿੰਗ ਦੀ ਲਾਈਫ ਨੂੰ ਆਪਾਂ ਡਰਟ ਦੇ ਨਾਲ ਐਸੋਸੀਏਟ ਕਰਦੇ ਹਾਂ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਆਪਣੇ ਬੱਚਿਆਂ ਨੂੰ ਵੀ, ਜਦੋਂ ਅਮਰੀਕਾ ਦੇ ਵਿੱਚ ਜਦੋਂ ਮੈਂ ਆਇਆ ਤਾਂ ਸੋਇਲ ਨੂੰ, ਮਿੱਟੀ ਨੂੰ ਡਰਟ ਕਹਿੰਦੇ ਸੀ। ਉਹ ਡਰਟ ਹੈ ਜਿਹੜਾ, ਉਹ ਸ਼ਬਦ ਇੱਕ ਆਪਣੇ ਧੂੜ ਕਹਿੰਦੇ ਆ, ਧੂੜ ਜਾਂ ਖਾਕ, ਪਰ ਸੋਇਲ ਹੈ ਜਿਹੜੀ ਉਹ ਹੁੰਦੀ ਹੈ ਮਿੱਟੀ ਜਾਂ ਭੋਏ। ਸੋ ਭੋਏ ਇੱਕ ਬੜਾ ਹੀ ਰਿਸਪੈਕਟੇਬਲ ਸ਼ਬਦ ਹੈ, ਬੜਾ ਹੀ ਇੱਜ਼ਤ ਵਾਲਾ ਸ਼ਬਦ ਹੈ। ਸੋ ਮੈਂ ਹਮੇਸ਼ਾ ਲੋਕਾਂ ਨੂੰ ਟੋਕਦਾ ਕਿ ਦਿਸ ਇਜ਼ ਸੋਇਲ, ਇਟਸ ਨਾਟ ਡਰਟ। ਇਟਸ ਨਾਟ ਡਰਟ, ਐਗਜ਼ੈਕਟਲੀ। ਬੱਚਿਆਂ ਨੂੰ, ਅਗਲੀ ਜਨਰੇਸ਼ਨ ਨੂੰ, ਔਰ ਮੈਂ ਇਹ ਸਮਝਦਾ ਅਸੀਂ ਵੀ ਇੱਕ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਹਾਂ। ਹੋਪਫੁਲੀ ਸਾਲ ਜਾਂ 2 ਸਾਲਾਂ ਦੇ ਵਿੱਚ ਅਸੀਂ ਵੀ ਸ਼ਾਇਦ ਇਹ ਐਗਜ਼ਿਬਿਟ ਕਰਨ ਦੇ ਵਿੱਚ ਕਾਮਯਾਬ ਹੋਈਏ ਕਿ ਜਿਹੜੀ ਫੂਡ ਪ੍ਰੋਡਕਸ਼ਨ ਹੈ, ਨਵੇਂ ਦੌਰ ਦੀ ਫੂਡ ਪ੍ਰੋਡਕਸ਼ਨ ਹੈ, ਉਹ ਕਿੰਨੀ ਗਲੈਮਰਾਈਜ਼ਡ ਹੋ ਸਕਦੀ ਹੈ। ਉਹਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਅਰਬਨ ਲੋਕ ਆ ਕੇ ਯੋਗਦਾਨ ਪਾ ਸਕਦੇ ਆ, ਔਰ ਉਹ ਵੀ ਛੋਟੇ ਪੱਧਰ ਤੇ ਨਹੀਂ, ਬੈਕਯਾਰਡ ਗਾਰਡਨਿੰਗ ਨਹੀਂ ਹੈ, ਉਹ ਵੀ ਵੱਡੇ ਪੱਧਰ ਦੇ ਉੱਤੇ ਹੋ ਸਕਦੀ ਹੈ। ਸੋ ਫੂਡ ਪ੍ਰੋਡਕਸ਼ਨ ਹੈ ਜਿਹੜੀ ਉਹ ਰੈਵੋਲੂਸ਼ਨਾਈਜ਼ ਹੋ ਰਹੀ ਹੈ। ਭੋਏ ਸਾਡੀ ਜਿਹੜੀ, ਜਿੱਥੋਂ ਅਸੀਂ ਉੱਗੇ ਹਾਂ, ਜਿੱਥੋਂ ਅਸੀਂ ਜਨਮੇ ਹਾਂ, ਉਹ ਇੱਕ ਬੜੀ ਰਿਸਪੈਕਟੇਬਲ ਚੀਜ਼ ਹੈ ਤੇ ਉਹ ਇੱਥੇ ਰਹਿਣੀ ਹੈ। ਫੂਡ ਪ੍ਰੋਡਕਸ਼ਨਸ ਵੀ ਇੱਥੇ ਰਹਿਣੀ ਹੈ। ਸੋ ਲੋੜ ਇਸ ਗੱਲ ਦੀ ਹੈ ਕਿ ਅਸੀਂ ਇਸ ਸਾਰੇ ਪ੍ਰੋਸੈਸ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ, ਅਸੀਂ ਆਪਣਾ ਇੰਟਰਸਟ ਸ਼ੋ ਕਰੀਏ, ਔਰ ਇਹਦੇ ਵਿੱਚ ਬਹੁਤ ਜ਼ਿਆਦਾ ਅਪਰਚੂਨਿਟੀਜ਼ ਨੇ, ਬਹੁਤ ਜ਼ਿਆਦਾ ਐਵੇਨਿਊਜ਼ ਨੇ ਜਿਹੜੇ ਸਾਨੂੰ ਭਵਿੱਖ ਵੱਲ ਲੈ ਕੇ ਜਾਣਗੇ। ਸਪੈਸ਼ਲੀ ਹੀਅਰ, ਰਾਈਟ। ਆਈ ਮੀਨ ਇਹ ਕਾਈਂਡ ਆਫ ਦੁੱਖ ਦੀ ਗੱਲ ਹੈ ਕਿ ਜਦੋਂ ਅਸੀਂ ਪੰਜਾਬ ਬਾਰੇ ਇਹ ਚੀਜ਼ ਸੋਚਦੇ ਹਾਂ, ਲੋਕਾਂ ਨੇ ਇੱਕ ਕਿਸਮ ਦਾ ਐਕਸੈਪਟ ਕਰ ਲਿਆ ਕਿ ਉੱਥੇ ਜੋ ਸਾਡੀ ਖੇਤੀਬਾੜੀ ਦੀ ਇੱਕ ਟ੍ਰੈਡੀਸ਼ਨ ਰਿਹਾ ਹੈ, ਉਹ ਲਾਈਨ ਹੌਲੇ ਹੌਲੇ ਖਤਮ ਹੋ ਰਹੀ ਹੈ, ਕਿਉਂਕਿ ਬੱਚੇ ਉੱਥੋਂ ਰਹਿਣਾ ਹੀ ਨਹੀਂ ਚਾਹੁੰਦੇ ਤੇ ਖੇਤੀਬਾੜੀ ਤਾਂ ਕੀ ਉਹਨਾਂ ਨੇ ਅੱਗੇ ਵਧਾਉਣੀ ਹੈ। ਜੋ ਆਪਣੇ ਪੁਰਾਣਿਆਂ ਦੀ ਖੇਤੀਬਾੜੀ ਆ, ਜਨਰੇਸ਼ਨਸ ਤੋਂ ਚੱਲਦੀ ਆ ਰਹੀ, ਉਹਨੂੰ ਕੀ ਜ਼ਮੀਨ ਨੂੰ ਅੱਗੇ ਲੈ ਕੇ ਜਾਣਾ ਹੈ। ਬਟ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ, ਉਹੋ ਜਿਹੇ ਕਿੰਨੇ ਡਰਾਬੈਕਸ ਸਾਨੂੰ ਨਹੀਂ ਝੇਲਣੇ ਪੈਂਦੇ। ਯੂ ਨੋ ਜੋ ਪੋਲੀਟੀਕਲ ਇਸ਼ੂਜ਼ ਹਨ, ਜੋ ਉੱਦਾਂ ਸਿਕਿਉਰਿਟੀ ਇਸ਼ੂਜ਼ ਹਨ, ਜਿਹਦੇ ਕਰਕੇ ਅਸੀਂ
ਇਹੋ ਜਿਹੇ ਮੁਲਕਾਂ ਦੇ ਵਿੱਚ ਸ਼ਿਫਟ ਹੁੰਦੇ ਆ ਉਹ ਸਾਰੀ ਚੀਜ਼ਾਂ ਨੂੰ ਅਸੀਂ ਪਿੱਛੇ ਛੱਡ ਦਿੰਦੇ ਆ। ਅਗਰ ਅਸੀਂ ਇੱਥੇ ਆ ਕੇ ਇਨ ਚੀਜ਼ਾਂ ਨੂੰ ਇੱਕ ਵਾਰੀ ਫਿਰ ਜਾਰੀ ਰੱਖ ਸਕਦੇ ਆ, ਖਾਸ ਕਰਕੇ ਐਗਰੀਕਲਚਰ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਕਿਹਾ ਹੈ ਯੂਨਾਈਟਿਡ ਸਟੇਟਸ ਦੇ ਵਿੱਚ ਤਾਂ ਕਿੰਨੀ ਸਹੂਲਤਾਂ ਹਨ। ਇਹ ਇੱਕ ਰਿਸਪੈਕਟੇਬਲ ਚੀਜ਼ ਹੈ ਤੇ ਅੱਜ ਦੀ ਡੇਟ ਦੇ ਵਿੱਚ ਇੱਕ ਨੈਸੈਸਰੀ ਚੀਜ਼ ਹੈ, ਖਾਸ ਕਰਕੇ ਤੁਹਾਡੇ ਕੈਲੀਫੋਰਨੀਆ ਦੇ ਵਿੱਚ। ਗੁਰੀਤ ਜੀ, ਪ੍ਰੋਗਰਾਮ ਦੀ ਸਮਾਪਤੀ ਦੇ ਵਿੱਚ ਆਈ ਗੈਸ ਮੈਂ ਤੁਹਾਡੇ ਤੋਂ ਇਹੀ ਇੱਕ ਓਪੀਨੀਅਨ ਲੈਣਾ ਚਾਹਾਂਗੀ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ, ਅਗਰ ਅਸੀਂ ਸ਼ਾਰਟ ਟਰਮ ਦੀ ਗੱਲ ਕਰੀਏ, ਕੀ ਅਸੀਂ ਉਮੀਦ ਰੱਖ ਸਕਦੇ ਹਾਂ ਅਗਰ ਇਸੇ ਤਰ੍ਹਾਂ ਜਿਸ ਤਰ੍ਹਾਂ ਰੈਕਰਡਸ ਇਸ ਸਾਲ ਕਿੰਨੇ ਰੈਕਰਡਸ ਤੋੜੇ ਗਏ ਹੀਟ ਦੇ ਨਾਲ, ਗਲੋਬਲ ਸਪਲਾਈ ਚੇਨ ਦੇ ਨਾਲ, ਮਹਿੰਗਾਈ ਦੇ ਨਾਲ, ਅੱਗੇ ਸਾਲ 2-3 ਸਾਲਾਂ ਦੇ ਵਿੱਚ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ ਜਿੱਥੇ ਫੂਡ ਸਿਕਿਉਰਿਟੀ ਦੀ ਗੱਲ ਯੂਨਾਈਟਿਡ ਸਟੇਟਸ ਦੇ ਵਿੱਚ ਆਉਂਦੀ ਹੈ? ਤੁਹਾਡੀ, ਆਈ ਨੋ ਯੂ ਸੈਡ ਯੂ ਆਰ ਐਨ ਆਪਟਿਮਿਸਟਿਕ ਪਰਸਨ, ਆਈਡ ਲਵ ਟੂ ਹੀਅਰ ਕਿ ਤੁਹਾਡੇ ਕੀ ਵਿਚਾਰ ਹਨ ਸ਼ਾਰਟ ਟਰਮ ਸਮੇਂ ਲਈ, ਕਿਸ ਪਾਸੇ ਇਹ ਡਾਇਰੈਕਸ਼ਨ ਜਾਊਗੀ? ਜੀ, ਸ਼ਾਰਟ ਟਰਮ ਦੇ ਵਾਸਤੇ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਵੀ ਕਲਾਈਮੇਟ ਚੇਂਜ ਦਾ ਇਸ਼ੂ ਹੈ, ਗਲੋਬਲ ਵਾਰਮਿੰਗ ਦਾ ਜਾਂ ਫੂਡ ਸਿਕਿਉਰਿਟੀ ਦਾ, ਇਹ ਕੋਈ ਪਾਰਟੀਸਨ ਇਸ਼ੂ ਨਹੀਂ ਹੈ। ਇਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਗੱਲ ਕਰਨ ਦੀ ਲੋੜ ਹੈ। ਭਾਵੇਂ ਇਹਦੇ ਵਿੱਚ এনवायरमेंटलिस्ट ਦਾ ਪੱਖ ਦੇਖ ਲਈਏ ਜਾਂ ਫਾਰਮਰ ਦਾ ਪੱਖ ਦੇਖ ਲਈਏ। ਸੋ ਇੱਕ ਤਾਂ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਿਹੜੇ ਸਾਂਝੇ ਮਸਲੇ ਨੇ ਬਾਈਪਾਰਟੀਸਨ ਤਰੀਕੇ ਦੇ ਨਾਲ ਜਿੰਨੇ ਵੀ ਸੋਲੂਸ਼ਨਸ ਨੇ ਸਾਨੂੰ ਉਹ ਲੈ ਕੇ ਆਉਣ ਦੀ ਲੋੜ ਹੈ। ਭਾਵੇਂ ਉਹ ਇਨਫਰਾਸਟ੍ਰਕਚਰ ਦੀ ਗੱਲ ਕਰੀਏ, ਪਾਣੀ ਨੂੰ ਸਟੋਰ ਕਰਨ ਦਾ, ਭਾਵੇਂ ਪਾਣੀ ਦੀ ਯੂਜ਼ੇਜ ਕਿੱਥੇ ਕਰਨੀ ਆ ਉਹ ਹੋਵੇ। ਮੈਂ ਕੁਝ ਕੇਸ ਸਟੱਡੀਜ਼ ਦੇਖੀਆਂ ਨੇ ਯੂਰਪ ਦੇ ਵਿੱਚ ਵੀ ਔਰ ਇੱਥੇ ਵੀ। ਮੈਂ ਅਕਸਰ ਇਹ ਕਹਿੰਦਾ ਹੁੰਦਾ ਕਿ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਫਾਰਮਰ ਹੈ ਜਿਹੜਾ ਉਹੀ ਸਭ ਤੋਂ ਵੱਡਾ এনवायरमेंटलिस्ट ਹੈ ਜਾਂ ਘੱਟੋ ਘੱਟ ਹੋ ਸਕਦਾ ਹੈ। ਸੋ ਬਹੁਤ ਸਾਰੀਆਂ ਕੇਸ ਸਟੱਡੀਜ਼ ਹੈਗੀਆਂ ਨੇ ਜਿੱਥੇ ਇਦਾਂ ਦੇ ਫੂਡ ਪ੍ਰੋਡਕਸ਼ਨ ਸਿਸਟਮਸ ਹੈਗੇ ਨੇ ਜਿੱਥੇ ਕਲਾਈਮੇਟ ਜਾਂ ਜਿਹੜੀ ਈਕੋਸਿਸਟਮ ਨੂੰ ਵੀ ਡਿਸਟਰਬ ਨਹੀਂ ਕੀਤਾ ਜਾਂਦਾ ਔਰ ਫਾਰਮਰ ਹੈ ਜਿਹੜੇ ਉਹ ਇੱਕਮਿਕ ਹੋ ਕੇ ਉਹਦੇ ਵਿੱਚ ਕੰਮ ਕਰ ਰਹੇ ਨੇ। ਸਾਡੀਆਂ ਪ੍ਰੋਡਕਸ਼ਨ ਟੈਕਨੋਲੋਜੀਜ਼ ਉਸ ਵੱਲ ਨੂੰ ਜਾ ਰਹੀਆਂ ਨੇ। ਸਾਨੂੰ ਲੋੜ ਹੈ ਕਿ এনवायरमेंटलिस्ट ਹੈ ਜਿਹੜਾ ਉਹ ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਬੈਠ ਕੇ ਲੌਬੀਇੰਗ ਕਰ ਰਿਹਾ, ਉਹਨੂੰ ਬਾਹਰ ਨਿਕਲ ਕੇ ਖੇਤ 'ਚ ਲੈ ਕੇ ਆਈਏ। ਜਿਹੜਾ ਫਾਰਮਰ ਹੈਗਾ ਉਹਨੂੰ ਆਪਾਂ ਐਜੂਕੇਟ ਕਰੀਏ ਕਿ ਤੁਸੀਂ ਫਾਰਮਰ ਹੋ ਕੇ ਮੁੱਢ ਕਦੀਮ ਤੋਂ ਹੀ এনवायरमेंटलिस्ट ਰਹੇ ਹੋ, ਤੁਹਾਨੂੰ ਆਪਣਾ ਉਹ ਮੂਲ ਵੀ ਪਛਾਣਨ ਦੀ ਲੋੜ ਹੈ। ਸੋ ਦੋਵਾਂ ਤਰ੍ਹਾਂ ਨੂੰ ਆਪਾਂ ਇੱਕ ਤਾਂ ਇਕੱਠੇ ਕਰੀਏ। ਇੱਕ ਤਾਂ ਸ਼ਾਰਟ ਟਰਮ ਦੇ ਵਿੱਚ ਇਹ ਬਹੁਤ ਵੱਡੀ ਲੋੜ ਹੈ ਇਸ ਚੀਜ਼ ਦੀ। ਦੂਸਰੀ ਗੱਲ ਇਹ ਹੈ ਕਿ ਟੈਕਨੋਲੋਜੀ ਤੇ ਜਾਂ ਪਬਲਿਕ ਅਵੇਅਰਨੈਸ ਦੀ ਗੱਲ, ਇਸ ਸਾਰੇ ਪ੍ਰੋਸੈਸ ਦੇ ਵਿੱਚ ਪਬਲਿਕ ਦਾ ਸ਼ਾਮਲ ਹੋਣਾ ਬਹੁਤ ਲਾਜ਼ਮੀ ਹੈ। ਭਾਵੇਂ ਅਸੀਂ ਇੱਥੇ ਦੀ ਗੱਲ ਕਰੀਏ, ਭਾਵੇਂ ਯੂਰਪ ਦੀ ਗੱਲ ਕਰੀਏ। ਸੋ ਫੂਡ ਪ੍ਰੋਡਕਸ਼ਨ ਸਿਸਟਮ, ਮੈਂ ਤੁਹਾਨੂੰ ਕਹਿ ਸਕਦਾ ਬੀਇੰਗ ਇਨ ਦਾ ਸਾਇੰਸ, ਆਪਣੇ ਸਾਇੰਸ ਦੇ ਜਿਹੜੇ ਜੋ ਚੱਲ ਰਿਹਾ ਸਾਡਾ ਬਿਗ ਡੇਟਾ ਜੋ ਆ ਰਿਹਾ ਹੈ ਐਗਰੀਕਲਚਰ ਦੇ ਵਿੱਚ, ਉਹਦੇ ਬੇਸ ਦੇ ਉੱਤੇ ਮੈਂ ਕਹਿ ਸਕਦਾ ਕਿ ਖੇਤੀਬਾੜੀ ਜਾਂ ਫੂਡ ਪ੍ਰੋਡਕਸ਼ਨ ਹੈ ਇਹ ਬਹੁਤ ਹੀ ਐਕਸਾਈਟਿੰਗ ਐਵੀਨਿਊ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਸਾਨੂੰ ਘਬਰਾਉਣ ਦੀ ਨਹੀਂ ਲੋੜ, ਸਗੋਂ ਆਪਾਂ ਨੂੰ ਸੁਚੱਜੇ ਢੰਗ ਦੇ ਨਾਲ ਜਿਹੜੇ ਕੰਮਕਾਰ ਅਸੀਂ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਹਾਂ ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਹੋਰ ਜ਼ੋਰ ਦੇ ਨਾਲ ਕਰਨ ਦੀ ਲੋੜ ਹੈ। ਸੋ ਅਸੀਂ ਫੂਡ ਪ੍ਰੋਡਕਸ਼ਨ, ਫੂਡ ਆਪਣੀ ਜ਼ਮੀਨ ਦੇ ਨਾਲ ਜੁੜ ਕੇ ਅਸੀਂ ਆਪਣੇ ਭਵਿੱਖ ਨੂੰ ਸਵਾਰਾਂਗੇ। ਮੇਰੇ ਖਿਆਲ ਦੇ ਨਾਲ ਜੇ ਕਾਮਨ ਸਿਟੀਜ਼ਨਸ ਦੀ ਸ਼ਮੂਲੀਅਤ ਇਸ ਚੀਜ਼ ਦੇ ਵਿੱਚ ਹੋ ਜਾਵੇ ਤਾਂ ਫਿਰ ਅਸੀਂ ਕਿਤੇ ਨਹੀਂ ਚੱਲੇ, ਅਸੀਂ ਇੱਥੇ ਹੀ ਰਹਿਣਾ। once again ਅਗਰ ਹੋਰ ਤੁਹਾਨੂੰ ਕੋਈ ਇੰਡੀਕੇਸ਼ਨ ਚਾਹੀਦੀ ਹੈ ਤੇ ਬਿਲ ਗੇਟਸ ਵੱਲ ਹੀ ਵੇਖ ਲਓ ਕਿ ਉਹਨਾਂ ਦੇ ਕੀ ਐਕਸ਼ਨਸ ਹਨ। ਬਟ ਐਜ਼ ਆਲਵੇਜ਼ ਅ ਪਲੇਜ਼ਰ ਗੁਰੀਤ ਬਰਾੜ ਜੀ, ਤੁਸੀਂ ਹਮੇਸ਼ਾ ਸਾਡੇ ਨਾਲ ਜੁੜ ਕੇ ਸਾਨੂੰ ਥੋੜ੍ਹਾ ਜਿਹਾ ਹੋਰ ਕੁਝ ਸਮਝਾ ਕੇ ਜਾਂਦੇ ਹੋ, ਕੁਝ ਐਜੂਕੇਟ ਕਰਕੇ ਜਾਂਦੇ ਹੋ ਇਨ ਮਸਲਿਆਂ ਉੱਤੇ। ਸੋ ਥੈਂਕ ਯੂ ਫॉर योर टाइम ਐਂਡ ਆਲ ਆਫ ਦੀ ਇਨਫੋਰਮੇਸ਼ਨ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ੇਅਰ ਕੀਤੀ ਹੈ। once again ਇਹ ਕਨਵਰਸੇਸ਼ਨ ਆਨਗੋਇੰਗ ਹੈ। ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਾਂਗੀ ਕਿ ਇਸ ਚੀਜ਼ ਨੂੰ ਅੱਗੇ ਵਧਾਉਣ ਲਈ ਤੁਸੀਂ ਫਿਰ ਸਾਡੇ ਨਾਲ ਜੁੜੋ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਐਸੋਸੀਏਟ ਪ੍ਰੋਫੈਸਰ ਡਿਪਾਰਟਮੈਂਟ ਆਫ ਪਲਾਂਟ ਸਾਇੰਸਿਸ ਐਟ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਗੁਰੀਤ ਬਰਾੜ ਜੀ, ਥੈਂਕ ਯੂ ਸੋ ਮਚ ਫॉर योर टाइम। हैव अ गुड रेस्ट ऑफ योर इवनिंग। सत श्री अकाल। थैंक यू वेरी मच। सत श्री अकाल जी। once again ongoing ਸਾਡੀ ਸੀਰੀਜ਼ ਇਨ ਮੁੱਦਿਆਂ ਉੱਤੇ, এনवायरमेंट, ਫੂਡ ਪ੍ਰੋਡਕਸ਼ਨ, ਫੂਡ ਸਿਕਿਉਰਿਟੀ, ਪਾਣੀ ਦੇ ਮਸਲੇ, ਭਾਵੇਂ ਉਹ ਨੈਸ਼ਨਲ ਹੋਣ ਜਾਂ ਇੰਟਰਨੈਸ਼ਨਲ, ਇਨ ਚੀਜ਼ਾਂ ਨੂੰ ਲੈ ਕੇ ਅਸੀਂ ਇਹ ਸਪੈਸ਼ਲ ਸੀਰੀਜ਼ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਇਹਨੂੰ ਅੱਗੇ ਵਧਾਵਾਂਗੇ ਜ਼ਰੂਰ। ਬਟ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ, ਸਾਡੇ ਗੈਸਟ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।